ਸਤਿ ਸ੍ਰੀ ਅਕਾਲ ਦੋਸਤੋ ਜੇਕਰ ਤੁਹਾਡਾ ਆਪਣਾ ਕੋਈ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਿਹਾ ਹੈ ਜਾਂ ਇਨਸੂਲਿਨ ਦੇ ਟੀਕੇ ਤੱਕ ਵੀ ਲੱਗ ਰਹੇ ਨੇ ਤਾਂ ਉਹ ਬਿਲਕੁਲ ਠੀਕ ਹੋ ਸਕਦੇ ਨੇ। ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਵੇਖਿਆ ਜਾਵੇ ਤੇ ਡਾਕਟਰ ਸਾਹਿਬ ਦੇ ਵਿਚਾਰ ਸੁਣੇ ਜਾਣ। ਤੇ ਜੇ ਕੋਈ ਇਸ ਜਿਹੜੇ ਡਾਕਟਰ ਨੇ ਸਤਿਕਾਰਯੋਗ ਇਹਨਾਂ ਨਾਲ ਕੰਟੈਕਟ ਕਰਨਾ ਚਾਹੁੰਦੇ ਨੇ ਤਾਂ ਅਸੀਂ ਇਸ ਵੀਡੀਓ ਦੇ ਵਿੱਚ ਉੱਪਰ ਜਿਹੜਾ ਸਕਰੀਨ ਦੇ ਇਹਨਾਂ ਦੀ ਈਮੇਲ ਆਈਡੀ ਦੇ ਦਿੱਤੀ ਗਈ ਹੈ ਤੇ ਤੁਸੀਂ ਕਮੈਂਟਾਂ ਦੇ ਵਿੱਚ ਵੀ ਹੇਠਾਂ ਵੇਖ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਹੈ, WhatsApp ਨੰਬਰ ਹੈ, ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਸੁਣੋ ਇਹਨਾਂ ਦੀ ਸਾਰੀ ਗੱਲਬਾਤ। ਕਿਉਂਕਿ ਇਹ ਹਰ ਬੰਦਾ ਜਿਹੜਾ ਤੁਰਿਆ ਫਿਰਦਾ ਹੈ, ਮੈਜੋਰਿਟੀ ਲੋਕਾਂ ਨੂੰ ਇਹੀ ਹੁੰਦੀ ਹੈ ਜਿਹੜੀ ਏਜ ਰਿਲੇਟਡ ਹੈ, ਲਾਈਫ ਸਟਾਈਲ ਰਿਲੇਟਡ ਹੈ, ਫੂਡ ਰਿਲੇਟਡ ਹੈ, ਇਹਨੂੰ ਟਾਈਪ 2 ਡਾਇਬੀਟੀਜ਼। ਅੱਛਾ, ਟਾਈਪ 2 ਡਾਇਬੀਟੀਜ਼ ਜਿਹੜੀ ਹੈ ਇਹਦੇ ਬਾਰੇ ਚ ਇੱਕ ਚੀਜ਼ ਯਾਦ ਰੱਖ ਲਓ ਕਿ ਇਹਦੇ ਬਾਰੇ ਚ ਇੱਕ ਬਹੁਤ ਹੀ ਝੂਠੀ, ਬੇਬੁਨਿਆਦ ਔਰ ਗਲਤ ਨਾਨ ਸਾਇੰਟੀਫਿਕ ਥਿਊਰੀ ਜਿਹੜੀ ਹੈ ਇਸ ਫੇਕ ਔਰ ਜਾਲੀ ਮੈਡੀਕਲ ਸਿਸਟਮ ਨੇ ਬਣਾ ਦਿੱਤੀ ਹੈ। ਠੀਕ ਹੈ, ਉਹ ਇਹ ਹੈ ਕਿ ਜੀ ਇਹ ਇਸ ਲਈ ਹੁੰਦੀ ਹੈ ਕਿ ਜੀ ਹਿਊਮਨ ਬਾਡੀ ਜਦੋਂ ਇਨਸੂਲਿਨ ਨਹੀਂ ਬਣਾ ਪਾ ਰਹੀ ਹੁੰਦੀ ਤੇ ਇਸ ਵਜ੍ਹਾ ਨਾਲ ਇਹ ਟਾਈਪ 2 ਡਾਇਬੈਟਿਕ ਲੋਕ ਹੋ ਜਾਂਦੇ ਨੇ, ਇਸ ਲਈ ਉਹਨਾਂ ਨੂੰ ਫਿਰ ਟੀਕਿਆਂ ਤੇ ਲਾ ਦਿੰਦੇ ਨੇ। ਸਾਡੇ ਬਜ਼ੁਰਗਾਂ ਨੂੰ ਹੋਰ ਕੋਈ ਕੰਮ ਨਹੀਂ ਹੁੰਦਾ, ਫਿਰ ਉਹ ਸਵੇਰੇ ਨਾਸ਼ਤਾ ਕਰਨਾ ਹੈ, ਉਹ ਟੀਕਾ ਲਾ ਰਹੇ ਨੇ ਢਿੱਡ 'ਚ, ਦੁਪਹਿਰ ਨੂੰ ਟੀਕਾ ਲਾ ਰਹੇ ਨੇ, ਸ਼ਾਮ ਨੂੰ ਟੀਕਾ ਲਾ ਰਹੇ ਨੇ, ਜਾਂ ਜਿਹੜੇ ਵਿਚਾਰੇ ਖੁਦ ਟੀਕਾ ਨਹੀਂ ਲਾ ਸਕਦੇ ਉਹ ਮੁਹਤਾਜ ਹੋ ਕੇ ਬੈਠੇ ਹੁੰਦੇ ਨੇ ਕਿ ਕੋਈ ਬੱਚਾ ਹੈ ਮੈਨੂੰ ਟੀਕਾ ਲਾਇਆ ਤੇ ਰੋਟੀ ਖਾਵਾਂ ਮੈਂ। ਇਹ ਬਿਲਕੁਲ ਸਟੂਪਿਡ ਗੱਲ ਹੈ ਜਿਹੜੀ ਇਸ ਮੈਡੀਕਲ ਸਿਸਟਮ ਨੇ ਸਾਡੇ ਨਾਲ ਕੀਤੀ ਹੈ। ਐਸੀ ਕੋਈ ਗੱਲ ਨਹੀਂ ਹੁੰਦੀ ਕਿ ਤੁਹਾਡਾ ਪੈਂਕਰੀਆਜ਼ ਉਹਨੇ ਕੰਮ ਕਰਨਾ ਬਿਲਕੁਲ ਬੰਦ ਕਰ ਦਿੱਤਾ ਹੈ ਔਰ ਹੁਣ ਤੁਹਾਡੀ ਬਾਡੀ ਇਨਸੂਲਿਨ ਨਹੀਂ ਬਣਾ ਰਹੀ ਹੈ ਲਿਹਾਜ਼ਾ ਅਸੀਂ ਟੀਕੇ ਲਾਣੇ ਨੇ। ਐਸਾ ਨਹੀਂ ਹੁੰਦਾ। ਹੁੰਦਾ ਇਹ ਹੈ ਕਿ ਟਾਈਪ 2 ਡਾਇਬੀਟੀਜ਼ ਨੂੰ ਅਸੀਂ ਮੈਡੀਕਲ ਸਰਕਲਸ ਦੇ ਵਿੱਚ ਜਾਂ ਮੈਡੀਕਲ ਟਰਮੀਨੋਲੋਜੀ 'ਚ ਇਨਸੂਲਿਨ ਰੈਜ਼ਿਸਟੈਂਟ ਡਾਇਬੀਟੀਜ਼ ਕਹਿੰਦੇ ਆ। ਇਹਦੇ ਵਿੱਚ ਇਹ ਹੁੰਦਾ ਹੈ ਕਿ ਤੁਹਾਡੀ ਬਾਡੀ ਇਨਸੂਲਿਨ ਬਣਾ ਰਹੀ ਹੁੰਦੀ ਹੈ ਲੇਕਿਨ ਉਹ ਇਨਸੂਲਿਨ ਦਾ ਮੈਸੇਜ ਜਿਹੜਾ ਹੈ ਤੁਹਾਡੇ ਸੈੱਲ ਐਕਸੈਪਟ ਨਹੀਂ ਕਰ ਰਹੇ ਹੁੰਦੇ, ਉਹ ਰੈਜ਼ਿਸਟੈਂਟ ਹੋ ਜਾਂਦੇ ਨੇ ਇਨਸੂਲਿਨ ਦੇ, ਉਹ ਗੱਲ ਨਹੀਂ ਮੰਨਦੇ ਇਨਸੂਲਿਨ ਦੀ। ਇਹ ਕਿਉਂ ਹੁੰਦਾ ਹੈ? ਹੁਣ ਮੈਂ ਤੁਹਾਨੂੰ ਦੱਸਦਾ ਇਹ ਕਿਉਂ ਹੁੰਦਾ ਹੈ। ਇਹ ਹੁੰਦਾ ਇਹ ਹੈ ਕਿ ਫਰਜ਼ ਕਰੋ ਤੁਸੀਂ, ਬਲਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜਿਹਦੇ ਨਾਲ ਤੁਹਾਨੂੰ ਨਾ ਗੱਲ ਜ਼ਿਆਦਾ ਆਸਾਨੀ ਨਾਲ ਸਮਝ ਆਏਗੀ। ਇੱਕ ਗੱਡੀ ਦਾ ਇੰਜਨ ਹੈ, ਠੀਕ ਹੈ ਨਾ, ਜਦੋਂ ਅਸੀਂ ਗੱਡੀ 'ਚ ਬੈਠ ਕੇ ਗੱਡੀ ਨੂੰ ਸਟਾਰਟ ਕਰਦੇ ਹਾਂ ਔਰ ਅਸੀਂ ਉਹਦਾ ਜਿਹੜਾ ਐਕਸੀਲੇਟਰ ਹੈ, ਉਹਦਾ ਜਿਹੜਾ ਰੇਸ ਵਾਲਾ ਪੈਡਲ ਹੈ, ਉਹਨੂੰ ਜਦੋਂ ਅਸੀਂ ਪ੍ਰੈਸ ਕਰਦੇ ਹਾਂ ਅਸੀਂ ਉਸ ਵਕਤ ਇੰਜਨ ਦੇ ਚੈਂਬਰ ਦੇ ਵਿੱਚ ਫਿਊਲ ਇੰਜੈਕਟ ਕਰ ਰਹੇ ਹੁੰਦੇ, ਠੀਕ ਹੈ ਨਾ। ਜਦੋਂ ਅਸੀਂ ਰੇਸ ਦਬਾਣੀ ਹੈ, ਉਹ ਐਕਸੀਲੇਟਰ ਨੂੰ ਦਬਾਣਾ ਹੈ, ਉਹ ਜਿਹੜੇ ਇੰਜੈਕਟਰ ਨੇ ਉਹ ਖੁੱਲੇ ਨੇ ਔਰ ਜਿਹੜਾ ਚੈਂਬਰ ਹੁੰਦਾ ਹੈ ਇੰਜਨ ਦਾ ਉਹਦੇ ਵਿੱਚ ਉਹ ਫਿਊਲ ਇੰਜੈਕਟ ਹੋ ਜਾਣਾ, ਠੀਕ ਹੈ। ਅੱਛਾ, ਉਹ ਫਿਊਲ ਉੱਥੇ ਮੁਕੰਮਲ ਤੌਰ ਤੇ ਯੂਜ਼ਲੈਸ ਹੈ ਜਦੋਂ ਤੱਕ ਉੱਥੇ ਨਹੀਂ ਹੋਏਗੀ। ਉਹ ਕੀ ਹੋਏਗਾ? ਉਹ ਇਲੈਕਟ੍ਰਿਕ ਸਪਾਰਕ ਹੋਏਗਾ। ਤੁਸੀਂ ਇਧਰੋਂ ਫਿਊਲ ਇੰਜੈਕਟ ਕੀਤਾ, ਇਧਰੋਂ ਇਲੈਕਟ੍ਰਿਕ ਸਪਾਰਕ ਮਿਲਿਆ ਔਰ ਬਮ ਕਰਕੇ ਅੱਗ ਲੱਗੀ ਉਸ ਫਿਊਲ ਨੂੰ ਔਰ ਉਹ ਐਕਸਪੈਂਡ ਹੋਈ ਏਅਰ ਜਿਹੜੀ ਸੀ ਅੰਦਰ ਉਸ ਚੈਂਬਰ ਦੇ ਔਰ ਪਿਸਟਨ ਮੂਵ ਹੋਣੇ ਸ਼ੁਰੂ ਹੋ ਗਏ ਔਰ ਇੰਜਨ ਜਿਹੜਾ ਹੈ ਉਹ ਚੱਲਣਾ ਸ਼ੁਰੂ ਹੋ ਗਿਆ। ਇਹ ਇੱਕ ਜਿਵੇਂ ਗੱਡੀਆਂ ਦਾ ਇੰਜਨ ਜਿਸ ਤਰ੍ਹਾਂ ਕੰਮ ਕਰਦੇ ਨੇ, ਠੀਕ ਹੈ ਨਾ, ਕੰਬਸ਼ਨ ਇੰਜਨ ਜਿਹੜੇ ਹੁੰਦੇ ਨੇ। ਅੱਛਾ, ਹੁਣ ਮੈਂ ਐਗਜ਼ਾਮਪਲ ਇਸ ਲਈ ਦਿੱਤੀ ਕਿ ਥੋੜੀ ਜਿਹੀ ਸਮਝ ਆ ਜਾਏ ਗੱਲ। ਹਿਊਮਨ ਬਾਡੀ ਦੇ ਵਿੱਚ ਆਲਮੋਸਟ ਇਸੇ ਤਰ੍ਹਾਂ ਦਾ ਇੱਕ ਐਕਸ਼ਨ ਚੱਲਦਾ ਹੈ ਕਿਉਂਕਿ ਜਦੋਂ ਸਾਡੀ ਬਾਡੀ ਨੇ ਆਪਣੇ ਲਈ એનર્ਜੀ ਜਨਰੇਟ ਕਰਨੀ ਹੈ ਉਹ ਵੀ ਇਸੇ ਪ੍ਰੋਸੈਸ, ਇਸੇ ਕਿਸਮ ਦੇ ਪ੍ਰੋਸੈਸ ਵਿੱਚੋਂ ਗੁਜ਼ਰਦੀ। ਕਿਵੇਂ? ਮਸਲਨ ਤੁਸੀਂ ਸਵੇਰ ਬ੍ਰੇਕਫਾਸਟ ਕੀਤਾ ਔਰ ਉਹਦੇ ਵਿੱਚ ਤੁਸੀਂ ਕੋਈ ਬ੍ਰੈਡ ਖਾਧੀ ਹੈ, ਕੋਈ ਰੋਟੀ ਸ਼ੋਟੀ ਖਾਧੀ ਹੈ ਔਰ ਉਹ ਜਦੋਂ ਤੁਹਾਡੀ ਬਾਡੀ 'ਚ ਉਹ ਰੋਟੀ ਜਾਂ ਬ੍ਰੈਡ ਜਾਏਗੀ ਤੁਹਾਡੀ ਬਾਡੀ ਉਹਦੇ 'ਚ ਜਿਹੜੇ ਕਾਰਬੋਹਾਈਡਰੇਟਸ ਹੋਣਗੇ ਉਹਨਾਂ ਨੂੰ ਫੌਰੀ ਤੌਰ ਤੇ ਸ਼ੂਗਰ 'ਚ ਕਨਵਰਟ ਕਰ ਲਏਗੀ, ਠੀਕ ਹੈ। ਅੱਛਾ, ਉਹ ਜਦੋਂ ਉਹਨੂੰ ਸ਼ੂਗਰ 'ਚ ਕਨਵਰਟ ਕਰੇਗੀ ਉਸ ਸ਼ੂਗਰ ਨੂੰ ਜਾਂ ਉਸ ਗਲੂਕੋਜ਼ ਨੂੰ ਆ ਕੇ ਇਨਸੂਲਿਨ ਦਾ ਮਾਲੀਕਿਊਲ ਪਕੜੇਗਾ, ਪਕੜ ਕੇ ਲਿਜਾ ਕੇ ਸੈੱਲ ਦੇ ਵਿੱਚ ਪੁਸ਼ ਕਰ ਦੇਗਾ, ਠੀਕ ਹੈ। ਹੁਣ ਉਹ ਗਲੂਕੋਜ਼ ਜਿਹੜੀ ਹੈ ਉਹ ਜਿਹੜਾ ਇੱਕ ਫਿਊਲ ਹੈ, ਜਿਹੜਾ ਇੱਕ ਸਮਝ ਲਓ ਕਿ ਤੁਸੀਂ ਐਕਸੀਲੇਟਰ ਦਬਾ ਕੇ ਚੈਂਬਰ ਦੇ ਵਿੱਚ ਇੱਕ ਫਿਊਲ ਇੰਜੈਕਟ ਕਰ ਦਿੱਤਾ ਹੈ। ਹੁਣ ਬਿਲਕੁਲ ਇਸੇ ਤਰ੍ਹਾਂ ਹੁੰਦਾ ਹੈ ਕਿ ਜਦੋਂ ਉਹ ਗਲੂਕੋਜ਼ ਸਾਡੇ ਸੈੱਲ ਦੇ ਅੰਦਰ ਜਾਂਦਾ ਹੈ ਔਰ ਸੈੱਲ ਦੇ ਅੰਦਰੋਂ ਜਾ ਕੇ ਉਹ ਮਾਈਟੋਕੌਂਡਰੀਆ ਜਾਂਦਾ ਹੈ। ਮਾਈਟੋਕੌਂਡਰੀਆ ਜਿਹੜੇ ਨੇ ਸਾਡੇ ਸੈੱਲ ਦੇ ਵਿੱਚ ਬਹੁਤ ਟਾਈਨੀ ਕਿਸਮ ਦੇ ਇੱਕ ਆਰਗੇਨੇਲਸ ਨੇ ਜਿਨ੍ਹਾਂ ਦਾ ਆਪਣਾ ਜੈਨੇਟਿਕ ਮੇਕਅਪ ਹੁੰਦਾ। ਉਹ ਸਾਡੇ ਸੈੱਲ ਦਾ ਜੈਨੇਟਿਕ ਮੇਕਅਪ ਯੂਜ਼ ਨਹੀਂ ਕਰਦੇ, ਉਹਨਾਂ ਆਪਣਾ ਇੰਡੀਪੈਂਡੈਂਟ ਸੈਲਸ ਨੇ, ਠੀਕ ਹੈ। ਉਹ ਜਨਰੇਟਰ ਨੇ ਬੇਸਿਕਲੀ, ਉਹ ਜਨਰੇਟਰ ਨੇ, ਉਹ એનર્ਜੀ ਜਨਰੇਟ ਕਰਦੇ ਨੇ ਸਾਡੇ ਲਈ, ਠੀਕ ਹੈ ਨਾ। ਜਦੋਂ ਅਸੀਂ ਗਲੂਕੋਜ਼ ਲੈਂਦੇ ਹਾਂ, ਗਲੂਕੋਜ਼ ਮਾਲੀਕਿਊਲ ਮਾਈਟੋਕੌਂਡਰੀਆ ਜਾਂਦਾ ਹੈ, ਮਾਈਟੋਕੌਂਡਰੀਆ ਉਸ ਗਲੂਕੋਜ਼ ਨੂੰ ਲੈ ਕੇ ਬਰਨ ਕਰਦਾ ਹੈ, ਜਲਾਉਂਦਾ ਹੈ। ਜਿਵੇਂ ਗੱਡੀ ਦੇ ਚੈਂਬਰ ਦੇ ਵਿੱਚ ਉਹ ਫਿਊਲ ਜਲਦਾ ਹੈ, ਇਸੇ ਤਰ੍ਹਾਂ ਗਲੂਕੋਜ਼ ਸੜਦੀ ਹੈ, ਜਾ ਕੇ ਜਲਦੀ ਹੈ। ਉਹਦੇ ਜਲਣ ਲਈ ਜਿਵੇਂ ਸਾਡੀ ਗੱਡੀ ਦੇ ਵਿੱਚ ਇਲੈਕਟ੍ਰਿਕ ਸਪਾਰਕ ਦਾ ਹੋਣਾ ਜ਼ਰੂਰੀ ਹੈ ਫਿਊਲ ਨੂੰ ਅੱਗ ਲੱਗਣ ਲਈ, ਐਗਜ਼ੈਕਟਲੀ ਇਹੋ ਜਿਹੀ ਰਿਕੁਆਇਰਮੈਂਟ ਸਾਡੇ ਸੈੱਲ ਵਿੱਚ ਵੀ ਹੁੰਦੀ ਹੈ।
ਸਾਡੇ ਸੈਲਸ ਨੂੰ ਸਰਟਨ ਮਿਨਰਲਸ ਔਰ ਸਰਟਨ ਨਿਊਟ੍ਰੀਐਂਟਸ ਚਾਹੀਦੇ ਹੁੰਦੇ ਨੇ ਤਾਂ ਕਿ ਉਹ ਉਸ ਫਿਊਲ ਨੂੰ ਬਰਨ ਕਰਕੇ ਪ੍ਰੋਸੈਸ ਕਰ ਸਕੇ। ਠੀਕ ਹੈ ਨਾ। ਹੁਣ ਜਦੋਂ ਤੁਸੀਂ ਨਾਸ਼ਤਾ ਕੀਤਾ ਹੈ, ਦੁਪਹਿਰ ਨੂੰ ਖਾਣਾ ਖਾਦਾ ਹੈ, ਸ਼ਾਮ ਨੂੰ ਖਾਦਾ ਹੈ, ਤੁਸੀਂ ਲੰਘ ਰਹੇ ਸੀ, 버ਗਰ ਫੜਿਆ ਹੈ, ਤੁਸੀਂ ਮੈਕਡੋਨਲਡ ਚਲੇ ਗਏ ਹੋ, ਗਾਰਬੇਜ ਦਾ ਇੱਕ ਪੀਸ ਚੁੱਕਿਆ, ਪੈਸੇ ਦੇ ਕੇ ਗਾਰਬੇਜ ਲੈ ਲਈਏ ਮੈਕਡੋਨਲਡ ਤੋਂ, ਠੀਕ ਹੈ, ਉਹ ਤੁਸੀਂ ਖਾ ਲਈ ਹੈ। ਹੁਣ ਉਹਦੇ ਰਿਸਪੌਂਸ ਦੇ ਵਿੱਚ, ਕਿਉਂਕਿ ਇਹ ਜਿਹੜੀਆਂ ਅੱਜ ਕੱਲ੍ਹ ਦੀਆਂ ਮਾਡਰਨ ਡੇ ਖੁਰਾਕਾਂ ਨੇ ਨਾ, ਇਹ ਐਮਪਟੀ ਕੈਲਰੀਜ਼ ਦਿੰਦੀਆਂ ਨੇ, ਇਹਨਾਂ 'ਚ ਨਿਊਟ੍ਰੀਸ਼ਨ ਨਹੀਂ ਹੁੰਦੀ, ਇਹਨਾਂ 'ਚ ਐਨਰਜੀ ਜ਼ਰੂਰ ਹੁੰਦੀ ਹੈ। ਠੀਕ ਹੈ, ਇਹਨਾਂ 'ਚ ਗਲੂਕੋਜ਼ ਹੁੰਦਾ ਹੈ ਔਰ ਉਹ ਗਲੂਕੋਜ਼ ਜਿਹੜਾ ਹੈ ਸਾਡੀ ਬੋਡੀ ਉਹਨੂੰ ਫਿਊਲ ਦੇ ਤੌਰ ਤੇ ਬਰਨ ਕਰ ਸਕਦੀ ਹੈ। ਲੇਕਿਨ ਅਗਰ ਤੁਸੀਂ ਸਿਰਫ ਗਲੂਕੋਜ਼ ਹੀ ਦਈ ਜਾਓਗੇ ਬੋਡੀ, ਲੇਕਿਨ ਉਹ ਕੋ ਫੈਕਟਰ ਨਹੀਂ ਦਿਓਗੇ ਜਿਨ੍ਹਾਂ ਦੀ ਵਜ੍ਹਾ ਨਾਲ ਉਸ ਗਲੂਕੋਜ਼ ਨੂੰ ਸਾਡੀ ਬੋਡੀ ਬਰਨ ਕਰਕੇ એનર્ਜੀ 'ਚ ਕਨਵਰਟ ਕਰ ਲੈ, ਤੇ ਉਹੀ ਕੰਮ ਹੋਏਗਾ ਕਿ ਤੁਸੀਂ ਇਧਰੋਂ ਪੈਡਲ ਨਾਲ ਪੁਸ਼ ਕਰ ਕਰਕੇ ਇੰਜੈਕਟਰ ਦੇ ਜ਼ਰੀਏ ਚੈਂਬਰ ਦੇ ਵਿੱਚ ਫਿਊਲ ਪਾਉਂਦੇ ਜਾ ਰਹੇ ਹੋ, ਫਿਊਲ ਨੂੰ ਅੱਗ ਨਹੀਂ ਲਾ ਰਹੇ। ਜਦੋਂ ਫਿਊਲ ਨੂੰ ਅੱਗ ਨਹੀਂ ਲੱਗੇਗੀ ਤਾਂ ਚੱਲੇਗਾ ਹੀ ਨਹੀਂ, ਇੰਜਨ ਹੀ ਨਹੀਂ ਚੱਲੇਗਾ। ਅੱਛਾ, ਇਸ ਕਿਸਮ ਦਾ ਥੋੜਾ ਜਿਹਾ ਕੰਮ ਸਾਡੇ ਸੈੱਲ 'ਚ ਹੋ ਰਿਹਾ ਹੁੰਦਾ, ਕਿਉਂਕਿ ਸਾਡੀ ਫੂਡ ਜਿਹੜੀ ਹੈ ਉਹ ਬਹੁਤ ਜ਼ਿਆਦਾ ਡੈਫੀਸ਼ੀਐਂਟ ਹੈ ਮਿਨਰਲਸ ਦੇ ਵਿੱਚ, ਨਿਊਟ੍ਰੀਐਂਟਸ ਦੇ ਵਿੱਚ। ਵਿਟਾਮਿਨਸ ਦੇ ਬਾਰੇ ਸਾਨੂੰ ਕਦੇ ਦੱਸਿਆ ਹੀ ਨਹੀਂ ਗਿਆ। ਸਾਨੂੰ ਜੋ ਹੀ ਦੱਸਿਆ ਗਿਆ ਇਹਨਾਂ ਪੈਰਾਸਟਾਮੋਲਾਂ, ਇਹਨਾਂ ਬਰੂਫਿਨਾਂ, ਇਹਨਾਂ ਐਂਟੀਬਾਇਓਟਿਕ ਔਰ ਸਟੀਰਾਇਡ ਦੇ ਬਾਰੇ। ਇਸ ਮੈਡੀਕਲ ਸਿਸਟਮ ਕੋਲ ਹੋਰ ਕੁਝ ਵੀ ਨਹੀਂ, ਇਹ ਦੋ ਚਾਰ ਚੀਜ਼ਾਂ ਨੇ, ਉਹ ਜੇਬ ਚੋਂ ਕੱਢਦੇ ਨੇ, ਗੋਲੀ ਸਾਡੇ ਮੱਥੇ ਮਾਰੀ ਤੇ ਜਾਨ ਛੁਡਾ ਲਈ। ਠੀਕ ਹੈ ਨਾ। ਸਾਨੂੰ ਨਹੀਂ ਐਜੂਕੇਟ ਕੀਤਾ ਗਿਆ ਕਿ ਬੇਸਿਕਲੀ ਇਹ ਸਿੱਧਾ ਇੱਕ ਛੋਟਾ ਜਿਹਾ ਮੈਟਾਬੋਲਿਕ ਡਿਸਆਰਡਰ ਹੈ ਕਿ ਸਾਡੀ ਬਾਡੀ ਨੂੰ ਸਰਟਨ ਰਿਕੁਆਇਰਡ ਚੀਜ਼ਾਂ ਨਹੀਂ ਮਿਲ ਰਹੀਆਂ, ਉਹ ਫਿਊਲ ਨੂੰ ਪ੍ਰੋਸੈਸ ਨਹੀਂ ਕਰ ਪਾ ਰਹੀ, ਔਰ ਉਹ ਫਿਊਲ ਜਿਹੜਾ ਹੈ ਐਕਿਊਮੂਲੇਟ ਹੁੰਦਾ ਜਾ ਰਿਹਾ ਹੈ ਸੈੱਲ ਦੇ ਵਿੱਚ। ਹੁਣ ਦੇਖੋ ਨਾ, ਤੁਸੀਂ ਬ੍ਰੇਕਫਾਸਟ ਕੀਤਾ, ਸੈੱਲ ਦੇ ਵਿੱਚ ਫਿਊਲ ਤੁਸੀਂ ਭੇਜ ਦਿੱਤਾ, ਉਹ ਫਿਊਲ ਪ੍ਰੋਪਰਲੀ ਬਰਨ ਨਹੀਂ ਹੋਇਆ। ਫਿਰ ਤੁਸੀਂ ਲੰਚ ਕੀਤਾ, ਉਹ ਫਿਊਲ ਭੇਜ ਦਿੱਤਾ, ਡਿਨਰ ਕੀਤਾ। ਇੱਕ ਸਟੇਜ ਆਏਗੀ ਕਿ ਤੁਹਾਡੇ ਜਿਹੜੇ ਸੈੱਲ ਨੇ ਨਾ, ਉਹਨਾਂ ਦੇ ਅੰਦਰ ਗਲੂਕੋਜ਼ ਔਰ ਫਿਊਲ ਜਿਹੜਾ ਹੈ ਇਤਨਾ ਜ਼ਿਆਦਾ ਹੋ ਜਾਏਗਾ ਕਿ ਉਹ ਫਰਦਰ ਲੈਣਾ ਬੰਦ ਕਰ ਦੇਣਗੇ। ਠੀਕ ਹੈ ਨਾ। ਇਸ ਸਟੇਜ ਨੂੰ, ਕਿਉਂਕਿ ਅੰਦਰ ਵਾਲਾ ਬਰਨ ਨਹੀਂ ਹੋ ਰਿਹਾ, ਇਹੀ ਕੰਮ ਡਾਇਬੈਟਿਕ ਜਿਹੜੇ ਹੁੰਦੇ ਨੇ ਉਹਨਾਂ ਨਾਲ ਹੋ ਰਿਹਾ ਹੁੰਦਾ ਹੈ ਕਿ ਉਹਨਾਂ ਕੋਲ એનર્ਜੀ ਬਿਲਕੁਲ ਨਹੀਂ ਹੁੰਦੀ, ਉਹ ਹਰ ਵਕਤ ਥੱਕੇ ਹੁੰਦੇ ਨੇ, ਉਹਨਾਂ ਦੇ ਜਿਸਮ 'ਚ ਦਰਦਾਂ ਹੁੰਦੀਆਂ ਨੇ, ਲੇਕਿਨ ਉਹਨਾਂ ਦੀ ਜਿਹੜੀ ਬਾਡੀ ਹੈ ਉਹਦੇ ਕੋਲ ਇੰਨਾ ਜ਼ਿਆਦਾ ਫਿਊਲ ਹੁੰਦਾ ਹੈ, ਉਹਨੂੰ ਬਰਨ ਨਹੀਂ ਕਰ ਪਾ ਰਹੀ। ਠੀਕ ਹੈ ਨਾ। ਹੁੰਦਾ ਇਹ ਹੈ ਕਿ ਜਦੋਂ ਸੈੱਲ ਦੇ ਵਿੱਚ ਗਲੂਕੋਜ਼ ਜਾਏਗਾ ਔਰ ਸੈੱਲ ਨੂੰ ਪ੍ਰੋਪਰ ਕੋ ਫੈਕਟਰਸ ਨਹੀਂ ਮਿਲਣਗੇ ਕਿ ਉਸ ਗਲੂਕੋਜ਼ ਨੂੰ એનર્ਜੀ 'ਚ ਕਨਵਰਟ ਕਰ ਲੈ, ਤੇ ਆਹਿਸਤਾ ਆਹਿਸਤਾ ਸੈੱਲ ਜਿਹੜਾ ਹੈ ਫਰਦਰ ਗਲੂਕੋਜ਼ ਦੀ ਅਪਟੇਕ ਬੰਦ ਕਰ ਦੇਗਾ, ਉਹ ਆਪਣੇ ਡੋਰ ਕਲੋਜ਼ ਕਰ ਲੈਂਦਾ ਹੈ। ਉਹ ਜਿਹੜੇ ਰਿਸੈਪਟਰ ਹੁੰਦੇ ਨੇ ਸੈੱਲ ਦੇ ਉੱਤੇ, ਜਿਨ੍ਹਾਂ ਦੇ ਜ਼ਰੀਏ ਉਹ ਲੌਕ ਐਂਡ ਕੀ ਹੁੰਦਾ ਹੈ ਕਿ ਚਾਬੀ ਲਾਈ, ਇਨਸੂਲਿਨ ਨੇ ਉਹ ਦਰਵਾਜ਼ਾ ਖੁੱਲ ਗਿਆ, ਅੰਦਰ ਸ਼ੂਗਰ ਚਲੀ ਗਈ ਔਰ ਪ੍ਰੋਸੈਸ ਸ਼ੁਰੂ ਹੋ ਗਿਆ, ਉਹ ਦਰਵਾਜ਼ੇ ਬੰਦ ਕਰ ਲੈਂਦਾ ਸੈੱਲ। ਠੀਕ ਹੈ। ਅਗਰ ਉਸ ਸੈੱਲ ਦੇ ਉੱਤੇ ਫਰਜ਼ ਕਰੋ 100 ਦਰਵਾਜ਼ਾ ਲੱਗਾ ਹੈ ਗਲੂਕੋਜ਼ ਦੀ ਐਂਟਰੀ ਦਾ, ਸੈੱਲ ਕੀ ਕਰਦਾ ਹੈ, ਉਹ ਡਾਊਨ ਰੈਗੂਲੇਟ ਕਰਕੇ ਉਹਦੇ ਚੋਂ 5 ਜਾਂ 7 ਦਰਵਾਜ਼ੇ ਖੁੱਲੇ ਛੱਡਦਾ ਹੈ, ਬਾਕੀ ਬੰਦ ਕਰ ਦਿੰਦਾ ਹੈ। ਇਸ ਸਟੇਜ ਨੂੰ ਅਸੀਂ ਕਹਿੰਦੇ ਹਾਂ ਕਿ ਜੀ ਇਹ ਸੈੱਲ ਜਿਹੜਾ ਹੈ ਇਹ ਇਨਸੂਲਿਨ ਰੈਜ਼ਿਸਟੈਂਟ ਹੋ ਗਿਆ, ਇਹ ਹੁਣ ਮੈਸੇਜ ਨਹੀਂ ਲੈ ਰਿਹਾ। ਠੀਕ ਹੈ ਨਾ। ਹੁਣ ਹੁੰਦਾ ਇਹ ਹੈ ਕਿ ਜਦੋਂ ਅਸੀਂ ਫੂਡ ਖਾਧੀ, ਸਾਡੇ ਬਲੱਡ 'ਚ ਸ਼ੂਗਰ ਆਈ, ਸਾਡੇ ਬਲੱਡ ਦੀ ਸ਼ੂਗਰ ਦੇ ਰਿਸਪੌਂਸ ਵਿੱਚ ਸਾਡੇ ਪੈਂਕਰੀਆਸ ਨੇ ਇਨਸੂਲਿਨ ਸਕ੍ਰੀਟ ਕੀਤੀ, ਇਨਸੂਲਿਨ ਨੇ ਸ਼ੂਗਰ ਨੂੰ ਗ੍ਰੈਬ ਕੀਤਾ, ਉਹਨੇ ਸੈੱਲ ਦੇ ਉੱਤੇ ਨੌਕ ਕੀਤਾ, ਸੈੱਲ ਓਪਨ ਹੋਇਆ, ਗਲੂਕੋਜ਼ ਅੰਦਰ ਚਲੀ ਗਈ, ਇੱਕ ਸਾਈਕਲ ਹੈ। ਲੇਕਿਨ ਜਦੋਂ ਇਨਸੂਲਿਨ ਜਾਏਗੀ, ਉਸੇ ਨੌਕ ਕਰੇਗੀ, ਸੈੱਲ ਨਹੀਂ ਖੁੱਲੇਗਾ ਆਪਣੇ ਆਪ ਨੂੰ, ਕਿਉਂਕਿ ਉਹ ਰੈਜ਼ਿਸਟੈਂਟ ਹੋ ਗਿਆ ਇਨਸੂਲਿਨ ਨੂੰ। ਫਿਰ ਕੀ ਹੋਏਗਾ? ਹੁਣ ਬਲੱਡ ਦੇ ਵਿੱਚ ਸ਼ੂਗਰ ਜ਼ਿਆਦਾ ਤੋਂ ਜ਼ਿਆਦਾ ਸਰਕੂਲੇਟ ਕਰੀ ਜਾ ਰਹੀ ਹੈ, ਕਿਉਂਕਿ ਸੈੱਲ ਤੇ ਅਪਟੇਕ ਨਹੀਂ ਕਰ ਰਹੇ ਜਿੰਨੀ ਉਹ ਕਰਦੇ ਸੀ। ਸਾਡਾ ਪੈਂਕਰੀਆ ਜਿਹੜਾ ਹੈ ਉਹਨੂੰ ਮੈਸੇਜ ਮਿਲੇਗਾ ਕਿ ਸ਼ਾਇਦ ਮੈਂ ਇਨਸੂਲਿਨ ਥੋੜੀ ਬਣਾ ਰਿਹਾ ਹਾਂ, ਉਹ ਹੋਰ ਬਣਾਉਣੀ ਸ਼ੁਰੂ ਕਰ ਦੇਗਾ। ਉਹ ਤੁਹਾਡੇ ਡੋਰ ਦੇ ਉੱਤੇ ਹੋਰ ਜ਼ੋਰ ਨਾਲ ਨੌਕ ਹੋਣੀ ਸ਼ੁਰੂ ਹੋ ਜਾਏਗੀ ਕਿ ਦਰਵਾਜ਼ਾ ਖੋਲੋ, ਸ਼ੂਗਰ ਆਈ ਹੈ, ਦਰਵਾਜ਼ਾ ਖੋਲੋ, ਗਲੂਕੋਜ਼ ਆਇਆ। ਤੁਹਾਡੇ ਜਿਹੜੇ ਸੈੱਲ ਨੇ ਉਹ ਹੋਰ ਜ਼ਿਆਦਾ ਟਾਈਟਲੀ ਆਪਣੇ ਡੋਰ ਨੂੰ ਕਲੋਜ਼ ਕਰ ਲੈਣਗੇ, ਕਿਉਂਕਿ ਉਹ ਆਲਰੇਡੀ ਇਤਨਾ ਉਹਨਾਂ ਦੇ ਅੰਦਰ ਹੈ ਫਿਊਲ, ਉਹ ਨਹੀਂ ਲੈਣਾ ਚਾਹੁੰਦਾ, ਉਹ ਰੈਜ਼ਿਸਟੈਂਟ ਹੋ ਗਏ ਨੇ। ਠੀਕ ਹੈ ਨਾ। ਇਹ ਇੱਕ ਵਿਸ਼ੀਅਸ ਸਾਈਕਲ ਬਣ ਜਾਂਦਾ ਹੈ। ਤੁਹਾਡਾ ਪੈਂਕਰੀਆਸ ਜ਼ਿਆਦਾ ਤੋਂ ਜ਼ਿਆਦਾ ਇਨਸੂਲਿਨ ਪੰਪ ਕਰਨਾ ਸ਼ੁਰੂ ਕਰ ਦਿੰਦਾ ਹੈ, ਤੁਹਾਡੇ ਸੈੱਲ ਜ਼ਿਆਦਾ ਤੋਂ ਜ਼ਿਆਦਾ ਰੈਜ਼ਿਸਟੈਂਟ ਹੋਣੇ ਸ਼ੁਰੂ ਹੋ ਜਾਂਦੇ ਨੇ। ਠੀਕ ਹੈ ਨਾ। ਇਹ ਇੰਜ ਹੀ ਐਗਜ਼ਾਮਪਲ ਹੈ ਜਿਵੇਂ ਤੁਸੀਂ ਫਰਜ਼ ਕਰੋ ਕਿਤੇ ਦਿਹਾਤ 'ਚ ਰਹਿੰਦੇ ਹੋ, ਕਿਸੇ ਪੀਸਫੁਲ এনवायरमेंट 'ਚ ਰਹਿੰਦੇ ਹੋ, ਔਰ ਤੁਸੀਂ ਸਿਟੀ ਚਲੇ ਜਾਂਦੇ ਹੋ, ਔਰ ਸਿਟੀ 'ਚ ਵੀ ਜਾ ਕੇ ਕਿਸੇ ਇਹੋ ਜਿਹੇ ਜਗ੍ਹਾ ਤੇ ਰਹਿਣਾ ਸ਼ੁਰੂ ਕਰਦੇ ਹੋ ਜਿੱਥੇ ਇਰਦ ਗਿਰਦ ਬਹੁਤ ਲਾਊਡ ਮਿਊਜ਼ਿਕ ਚੱਲ ਰਿਹਾ ਹੈ, ਸ਼ੋਰ ਸ਼ਰਾਬਾ ਹੈ, ਰੌਲਾ ਹੈ। ਤੁਹਾਨੂੰ ਪਹਿਲੇ ਕੁਝ ਦਿਨ ਉਹ ਰੌਲਾ ਬੁਰਾ ਲੱਗੇਗਾ, ਤੁਸੀਂ ਇਰੀਟੇਟ ਹੋਵੋਗੇ, ਤੁਹਾਨੂੰ ਨੀਂਦ ਨਹੀਂ ਆਏਗੀ। ਲੇਕਿਨ 2 4 6 ਮਹੀਨੇ ਬਾਅਦ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਇੱਥੇ ਕੋਈ ਰੌਲਾ ਵੀ ਹੈ ਕਿ ਨਹੀਂ। ਤੁਸੀਂ ਮੁਕੰਮਲ ਤੌਰ ਤੇ ਜਿਹੜਾ ਨਾ ਉਹ ਉਸ ਚੀਜ਼ ਤੋਂ ਅਕਸਮ ਹੋ ਜਾਓਗੇ, ਔਰ ਉਸ ਚੀਜ਼ ਤੋਂ ਉਹ ਜਿਵੇਂ ਕਹਿੰਦੇ ਰੈਜ਼ਿਸਟੈਂਟ ਹੋ ਜਾਓਗੇ। ਤੁਹਾਡੀ ਬਾਡੀ ਬਿਲਕੁਲ ਉਹਦਾ ਨੋਟਿਸ ਲੈਣਾ ਹੀ ਬੰਦ ਕਰ ਦੇਗੀ ਕਿ ਸ਼ੋਰ ਹੈ ਜਾਂ ਨਹੀਂ ਹੈ, ਤੁਸੀਂ ਨੋਟਿਸ ਹੀ ਨਹੀਂ ਲਓਗੇ। ਇਸੇ ਤਰ੍ਹਾਂ ਹੁੰਦਾ ਕਿ ਜਦੋਂ ਤੁਹਾਡੇ ਸੈੱਲ ਇਨਸੂਲਿਨ ਰੈਜ਼ਿਸਟੈਂਟ ਹੋ ਜਾਂਦੇ ਨੇ, ਸਾਡੇ ਸੈੱਲ ਇਨਸੂਲਿਨ ਰੈਜ਼ਿਸਟੈਂਟ ਹੋ ਜਾਂਦੇ ਨੇ, ਉਹ ਜਿੰਨੀ ਜ਼ਿਆਦਾ ਇਨਸੂਲਿਨ ਬਣ ਰਹੀ ਹੁੰਦੀ, ਸਾਡੇ ਸੈੱਲ ਉਹਦਾ ਨੋਟਿਸ ਹੀ ਲੈਣਾ ਬੰਦ ਕਰ ਦਿੰਦੇ ਨੇ।
ਫਿਰ ਕੀ ਹੁੰਦਾ ਹੈ, ਜਿਹੜੀ ਗਲੂਕੋਜ਼ ਫਿਰ ਤੁਹਾਡੇ ਸਿਸਟਮ ਵਿੱਚ ਸਰਕੂਲੇਟ ਕਰ ਰਹੀ ਹੈ, ਸਭ ਤੋਂ ਪਹਿਲੇ ਸਾਡਾ ਸਿਸਟਮ ਉਸ ਗਲੂਕੋਜ਼ ਨੂੰ ਚੁੱਕੇਗਾ, ਜਾ ਕੇ ਲਿਵਰ ਦੇ ਵਿੱਚ ਡੰਪ ਕਰ ਦੇਗਾ। ਲਿਵਰ ਉਸ ਗਲੂਕੋਜ਼ ਨੂੰ ਗਲਾਈਕੋਜਨ ਬਣਾ ਕੇ ਸਟੋਰ ਕਰ ਲੈਂਦਾ ਹੈ। ਲੇਕਿਨ ਲਿਵਰ ਦੇ ਕੋਲ ਇੱਕ ਕੈਪੈਸਿਟੀ ਹੈ, ਉਹ ਇੱਕ ਹੱਦ ਤੱਕ ਸਟੋਰ ਕਰ ਸਕਦਾ ਹੈ ਗਲਾਈਕੋਜਨ ਬਣਾ ਕੇ। 10-12 ਘੰਟੇ ਦੀ 10-12 ਘੰਟੇ ਤੋਂ ਜ਼ਿਆਦਾ ਸ਼ੂਗਰ ਸਾਡੀ ਬਾਡੀ ਸਟੋਰ ਕਰ ਹੀ ਨਹੀਂ ਸਕਦੀ ਹੈ, ਠੀਕ ਹੈ ਨਾ। ਹੁਣ ਜਦੋਂ ਉਹ ਗਲਾਈਕੋਜਨ ਬਣਾ ਕੇ ਆਪਣੇ ਕੋਲ ਸਟੋਰ ਕਰ ਲਏਗਾ ਸ਼ੂਗਰ ਨੂੰ, ਲੇਕਿਨ ਉਹਦੇ ਬਾਵਜੂਦ ਮਜ਼ੀਦ ਸ਼ੂਗਰ ਅਗਰ ਤੁਹਾਡੀ ਬਾਡੀ ਸਰਕੂਲੇਟ ਕਰ ਰਹੀ ਹੈ, ਕਿਉਂਕਿ ਸਾਡਾ ਖਾਣੇ ਇਸ ਤਰ੍ਹਾਂ ਦੇ ਨੇ ਕਿ ਅਸੀਂ ਬ੍ਰੈਡ ਖਾਣੀ ਹੈ, ਅਸੀਂ ਪੀਜ਼ੇ ਖਾਣੇ ਨੇ, ਅਸੀਂ ਪ੍ਰੋਸੈਸ ਫੂਡ ਖਾਣੀ ਹੈ, ਚਿੱਟੇ ਚਾਵਲ ਖਾਣੇ ਨੇ, ਬਰਾਊਨ ਚਾਵਲ ਨਹੀਂ ਖਾਣੇ, ਉਹ ਸਾਰੀਆਂ ਸ਼ੂਗਰੀ ਚੀਜ਼ਾਂ ਹੁੰਦੀਆਂ ਨੇ, ਠੀਕ ਹੈ ਨਾ। ਉਹ ਫਿਰ ਕੀ ਹੋਏਗਾ ਕਿ ਤੁਹਾਡੀ ਬਾਡੀ ਉਸ ਸ਼ੂਗਰ ਨੂੰ, ਨਾ ਉਹ ਸੈੱਲ ਲੈ ਰਹੇ ਨੇ, ਨਾ ਉਹ ਲਿਵਰ ਲੈ ਰਿਹਾ, ਨਾ ਉਹ ਮਸਲਸ ਲੈ ਰਹੇ ਨੇ, ਤੁਹਾਡੀ ਬਾਡੀ ਫਿਰ ਉਹਨੂੰ ਫੈਟ ਬਣਾ ਕੇ ਇੱਥੇ ਤੁਹਾਡੀ ਟਮੀ ਤੇ ਸਟੋਰ ਕਰਨਾ ਸ਼ੁਰੂ ਕਰ ਦਿੰਦੀ। ਇਸ ਲਈ ਮੈਂ ਕਹਿੰਦਾ ਹੁੰਦਾ ਕਿ ਅਗਰ ਤੁਸੀਂ 30 ਸਾਲ ਦੇ ਹੋ, ਉਹ ਮੇਰੇ ਕਜ਼ਨ ਨੇ ਮਲਿਕ ਹਬੀਬੁਰ ਰਹਿਮਾਨ ਸਾਹਿਬ, ਆਸਟ੍ਰੇਲੀਆ ਹੁੰਦੇ ਨੇ ਅੱਜ ਕੱਲ, ਉਹਨਾਂ ਨੇ ਇੱਕ ਬੜੀ ਮਜ਼ੇਦਾਰੀ ਦੀ ਗੱਲ ਕੀਤੀ ਸੀ ਅੱਜ ਤੋਂ 20-25 ਸਾਲ ਪਹਿਲੇ, ਮੈਨੂੰ ਉਹਨਾਂ ਦੀ ਗੱਲ ਨਹੀਂ ਭੁੱਲਦੀ। ਉਹ ਕਹਿੰਦੇ ਸੀ ਉਦੋਂ ਨਾ ਮੇਰਾ ਢਿੱਡ ਵੀ ਨਿਕਲਣਾ ਸ਼ੁਰੂ ਹੋ ਗਿਆ ਸੀ, ਤੇ ਉਹ ਮੈਨੂੰ ਕਹਿੰਦੇ ਸੀ ਮਸਾਦ, ਮਰਦ ਦਾ ਜਿਹੜਾ ਢਿੱਡ ਹੈ ਨਾ, ਇਹ ਜਦੋਂ ਨਿਕਲ ਜਾਂਦਾ ਤੇ ਵਾਪਸ ਨਹੀਂ ਜਾਂਦਾ। ਹੁੰਦਾ ਇਹ ਹੈ ਕਿ ਜਦੋਂ ਤੁਹਾਡੀ ਬਾਡੀ ਇਨਸੂਲਿਨ ਰੈਜ਼ਿਸਟੈਂਟ ਹੋਣਾ ਸ਼ੁਰੂ ਹੋ ਜਾਂਦੀ ਹੈ, ਤੁਸੀਂ 30 ਸਾਲ ਦੀ ਉਮਰ 'ਚ ਪਹੁੰਚੇ, ਆਹਿਸਤਾ 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 ਇਹ ਬਿਲਡਅਪ ਹੁੰਦਾ ਹੈ। ਇਹ ਇੱਕ ਦਿਨ ਦਾ ਕੰਮ ਨਹੀਂ ਹੁੰਦਾ ਕਿ ਅੱਜ ਰਾਤ ਅਸੀਂ ਸੁੱਤੇ ਹਾਂ, ਸਵੇਰੇ ਅਸੀਂ ਕਿਸੇ ਫੇਕ ਡਾਕਟਰ ਕੋਲ ਗਏ, ਉਹਨੇ ਬਲੱਡ ਟੈਸਟ ਕਰਾਇਆ, ਉਹਨੇ ਕਿਹਾ ਉਹ ਤੇਰੀ ਤੇ ਸ਼ੂਗਰ 5 ਹੋ ਗਈ, ਤੈਨੂੰ ਤਾਂ ਡਾਇਬੀਟੀਜ਼ ਹੋ ਗਈ। ਉਹ ਡਾਇਬੀਟੀਜ਼ ਉਸ ਦਿਨ ਨਹੀਂ ਹੁੰਦੀ ਤੁਹਾਨੂੰ, ਉਹ ਪ੍ਰੋਸੈਸ ਹੈ ਜਿਹੜਾ ਚੱਲ ਰਿਹਾ ਹੁੰਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਹਿਸਤਾ ਆਹਿਸਤਾ ਤੁਹਾਡੇ ਸੈੱਲ ਰੈਜ਼ਿਸਟੈਂਟ ਹੁੰਦੇ ਜਾਂਦੇ ਨੇ, ਰਿਸੈਪਟਰਸ ਨੂੰ ਡਾਊਨਗ੍ਰੇਡ ਕਰਦੇ ਜਾਂਦੇ ਨੇ, ਔਰ ਇਸ ਪ੍ਰੋਸੈਸ ਵਿੱਚ 10 ਸਾਲ 15 ਸਾਲ ਲੱਗ ਜਾਂਦੇ ਨੇ। ਜਦੋਂ ਤੁਸੀਂ 30 ਤੋਂ ਉੱਪਰ ਜਾਂਦੇ ਹੋ, ਅਗਰ ਤੁਹਾਡੇ ਢਿੱਡ ਤੇ ਫੈਟ ਆਣਾ ਸ਼ੁਰੂ ਹੋ ਜਾਂਦਾ, ਤੁਹਾਡਾ ਢਿੱਡ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਹ ਇੱਕ ਫੈਂਟਾਸਟਿਕ ਸਾਈਨ ਹੁੰਦਾ ਹੈ ਕਿ ਤੁਹਾਡੀ ਬਾਡੀ ਇਨਸੂਲਿਨ ਰੈਜ਼ਿਸਟੈਂਟ ਹੋ ਗਈ ਹੈ, ਉਹ ਹੁਣ ਗਲੂਕੋਜ਼ ਬਰਨ ਨਹੀਂ ਕਰ ਰਹੀ, ਉਹ ਸਟੋਰ ਕਰਦੀ ਜਾ ਰਹੀ ਹੈ, ਠੀਕ ਹੈ ਨਾ। ਔਰ ਇਹਦਾ ਇੱਕ ਹੋਰ ਸਿੰਪਟਮ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਦਾ ਢਿੱਡ ਬਾਹਰ ਨੂੰ ਨਿਕਲਿਆ ਹੁੰਦਾ, ਉਹਨਾਂ ਨੂੰ ਥਕਾਵਟ ਜ਼ਿਆਦਾ ਹੁੰਦੀ ਹੈ। ਉਹ ਹਰ ਵਕਤ ਸ਼ਿਕਾਇਤ ਕਰਨਗੇ ਕਿ ਮੇਰੇ 'ਚ એનર્ਜੀ ਬੜੀ ਘੱਟ ਹੈ, ਮੈਂ ਥੱਕ ਜਾਂਦਾ, ਮੈਂ ਆਫਟਰਨੂਨ ਵਿੱਚ ਮੇਰੇ ਕੋਲੋਂ ਕੰਮ ਨਹੀਂ ਹੁੰਦਾ, ਮੇਰੀ ਲੱਤਾਂ 'ਚ ਦਰਦ ਹੁੰਦਾ। ਉਹ ਕੀ ਹੁੰਦਾ ਹੈ ਕਿ ਉਹਨਾਂ ਦੇ ਸੈੱਲ ਰੈਜ਼ਿਸਟੈਂਟ ਹੋ ਗਏ ਨੇ, ਉਹ ਫਿਊਲ ਨੂੰ ਬਰਨ ਨਹੀਂ ਕਰ ਰਹੇ, ਔਰ ਉਹ ਫਿਊਲ ਉਹਨਾਂ ਦੇ ਢਿੱਡ ਤੇ ਸਟੋਰ ਬਣ ਕੇ, ਉਹ ਫੈਟ ਬਣ ਕੇ ਸਟੋਰ ਹੋਈ ਜਾ ਰਿਹਾ। ਔਰ ਉਹ ਇੰਝ ਹੀ ਹੈ ਕਿ ਜਿਵੇਂ ਇੱਕ ਹੱਥ ਤੇ ਮੈਂ 10,000 ਪਾਊਂਡ ਰੱਖਿਆ ਹੋਇਆ ਤੇ ਦੂਜੇ ਹੱਥ ਨਾਲ ਮੈਂ ਲੋਕਾਂ ਕੋਲੋਂ ਪੈਨੀ ਮੰਗ ਰਿਹਾ ਹਾਂ। ਇਹ ਜਿਹੜੇ ਡਾਇਬੈਟਿਕ ਹੁੰਦੇ ਨੇ, ਜਿਹਨਾਂ ਦਾ ਢਿੱਡ ਜਾਂ ਫੈਟ ਹੋਏ ਹੁੰਦੇ ਨੇ, ਉਹਨਾਂ ਨੇ ਫੈਟ ਕਾਫੀ ਸਾਰਾ ਇਕੱਠਾ ਕੀਤਾ ਹੁੰਦਾ, ਉਹਨਾਂ ਨੂੰ ਮੈਂ ਕਹਿੰਦਾ ਹੁੰਦਾ ਕਿ ਜਦੋਂ ਤੁਹਾਨੂੰ ਭੁੱਖ ਲੱਗੇ ਨਾ, ਤੁਸੀਂ ਆਪਣੀ ਬਾਡੀ ਨੂੰ ਕਹੋ ਕਿ ਤੂੰ ਮੇਰੇ ਨਾਲ ਚੀਟਿੰਗ ਕਰ ਰਹੀ ਹੈ, ਇੰਨਾ ਸਾਰਾ ਫੈਟ ਮੇਰੇ ਕੋਲ ਹੈ, ਤੂੰ ਹੋਰ ਕਿਉਂ ਮੰਗ ਰਹੀ ਹੈ ਮੇਰੇ ਕੋਲ ਫਿਊਲ, ਠੀਕ ਹੈ ਨਾ। ਅੱਛਾ, ਹੁਣ ਅਸੀਂ ਆਨੇ ਆ ਕਿ ਫਰਜ਼ ਕਰੋ ਤੁਹਾਡੀ ਬਾਡੀ ਇਨਸੂਲਿਨ ਰੈਜ਼ਿਸਟੈਂਟ ਹੋ ਗਈ ਹੈ, ਠੀਕ ਹੈ ਨਾ। ਹੁਣ ਇਹਨੂੰ ਰਿਵਰਸ ਕਿਵੇਂ ਕਰੀਏ ਅਸੀਂ, ਠੀਕ ਹੈ। ਹੁਣ ਇਹਦਾ ਸਭ ਤੋਂ ਬੈਸਟ ਤਰੀਕਾ ਇਹ ਹੁੰਦਾ ਹੈ ਨਾ, ਇਹਦਾ ਇਹ ਤਰੀਕਾ ਨਹੀਂ ਹੈ ਕਿ ਅਸੀਂ, ਬਲਕਿ ਇਹ ਜਿਹੜਾ ਮੈਡੀਕਲ ਸਿਸਟਮ ਇਹ ਕੀ ਕਰਦਾ ਹੈ, ਪਹਿਲੇ ਦਿੰਦਾ ਮੈਟਫੋਰਮਿਨ। ਤੁਸੀਂ ਨਵੇਂ ਡਾਇਗਨੋਜ਼ ਹੋਏ ਹੋ, ਉਹ ਜਿਵੇਂ ਹੁੰਦਾ ਨਾ ਪਿਆਰ ਨਾਲ ਫਸਾਣਾ ਹੈ ਤੁਹਾਨੂੰ, ਠੀਕ ਹੈ, ਉਹ ਕੋਈ ਗੱਲ ਨਹੀਂ ਹੈ, ਇੱਕ ਗੋਲੀ ਹੈ ਖਾ ਲਓ ਬਸ ਠੀਕ ਰਹੇਗਾ। 6 ਮਹੀਨੇ ਬਾਅਦ ਉਹ 2 ਹੋ ਜਾਂਦੀਆਂ, ਅਗਲੇ ਸਾਲ ਉਹ 3 ਹੋ ਜਾਂਦੀਆਂ। ਉਹ 3 ਮੈਟਫੋਰਮਿਨ ਦੀਆਂ ਗੋਲੀਆਂ ਖਾ ਕੇ ਵੀ ਤੁਹਾਡੀ ਸ਼ੂਗਰ ਕੰਟਰੋਲ ਨਹੀਂ ਹੁੰਦੀ, ਉਹ ਫਿਰ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਗੋਲੀ ਦੇ ਦਿੰਦਾ ਹੈ, ਉਹ ਗਲਿਕਾਜ਼ਾਈਡ ਹੁੰਦੀ ਹੈ, ਸੀਟਾਗਲਿਪਟਨ ਹੁੰਦੀ ਹੈ, ਜੁਨੀਵੀਆ ਹੁੰਦੀ ਹੈ, ਇਸ ਕਿਸਮ ਦੇ ਨਾਮ ਨੇ ਉਹਨਾਂ ਗੋਲੀਆਂ ਤੋਂ, ਛੋਟੀ ਗੋਲੀ ਹੁੰਦੀ। ਉਹ ਗੋਲੀ ਕੀ ਕਰਦੀ ਹੈ? ਉਹ ਗੋਲੀ ਇਹ ਕਰਦੀ ਹੈ ਕਿ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਕਿ ਅਸੀਂ ਪਾਕਿਸਤਾਨ ਇੰਡੀਆ ਦੇ ਲੋਕਾਂ ਨੂੰ ਅੱਛੀ ਤਰ੍ਹਾਂ ਪਤਾ ਹੋਏਗਾ ਇਸ ਚੀਜ਼ ਦਾ ਕਿ ਖੋਤਾ ਰੇੜੀ ਰੱਖੀ ਹੋਇਆ ਸੀ, ਅਸੀਂ ਖੋਤੇ ਕੋਲੋਂ ਸਾਰਾ ਦਿਨ ਕੰਮ ਲਈਏ, ਸ਼ਾਮ ਨੂੰ ਜਦੋਂ ਖੋਤਾ ਥੱਕ ਜਾਏ, ਸਾਡਾ ਹੱਕ ਬਣਦਾ ਹੈ ਕਿ ਉਹਨੇ ਸਾਡੇ ਲਈ ਕੰਮ ਕੀਤਾ ਹੈ, ਉਹਨੂੰ ਕੋਈ ਦਾਣਾ ਦਈਏ, ਉਹਨੂੰ ਕੋਈ ਕਾਸ਼ਾ ਦਈਏ, ਪਿਆਰ ਕਰੀਏ, ਰੈਸਟ ਕਰੀਏ, ਉਹਨੂੰ ਦਈਏ ਤਾਂ ਕਿ ਅਗਲੇ ਦਿਨ ਫਿਰ ਕੰਮ ਕਰੇ। ਨਹੀਂ, ਸ਼ਾਮ ਨੂੰ ਖੋਤਾ ਥੱਕਿਆ, ਅਸੀਂ ਸੋਟੇ ਨਾਲ ਉਹਨੂੰ ਕੁੱਟ ਕੇ ਫਿਰ ਕੰਮ ਕਰਾਉਣਾ ਸ਼ੁਰੂ ਕਰ ਦਈਏ, ਉਹਦਾ ਰਿਜ਼ਲਟ ਇਹ ਨਿਕਲੇਗਾ ਕਿ ਉਹ ਵਿਚਾਰਾ ਮਰ ਜਾਏਗਾ 2-4 ਦਿਨਾਂ ਦੇ ਅੰਦਰ, ਠੀਕ ਹੈ ਨਾ। ਜਦੋਂ ਤੁਹਾਡਾ ਪੈਂਕਰੀਆਸ, ਜਿਵੇਂ ਮੈਂ ਤੁਹਾਨੂੰ ਸਮਝਾ ਚੁੱਕਿਆ ਕਿ ਇਨਸੂਲਿਨ ਰੈਜ਼ਿਸਟੈਂਟ ਹੋ ਗਈ ਸਾਡੀ ਬਾਡੀ, ਠੀਕ ਹੈ ਨਾ, ਪੈਂਕਰੀਆਸ ਆਪਣੀ ਕੈਪੈਸਿਟੀ ਤੋਂ 3 ਗੁਣਾ ਜ਼ਿਆਦਾ ਇਨਸੂਲਿਨ ਬਣਾ ਕੇ ਪੰਪ ਕਰ ਰਿਹਾ ਕਿ ਮੇਰੀ ਜਾਨ ਛੁੱਟੇ, ਜਿਹੜੀ ਸ਼ੂਗਰ ਮੇਰੀ ਬਲੱਡ ਸਰਕੂਲੇਟ ਕਰ ਰਹੀ ਹੈ, ਜਿਹਦੀ ਵਜ੍ਹਾ ਨਾਲ ਮੇਰੀ ਆਈਜ਼ ਦੀਆਂ ਜਿਹੜੀਆਂ ਕੈਪਿਲਰੀਜ਼ ਨੇ, ਇਹ ਜਿਹੜੀ ਰੈਟੀਨੋਪੈਥੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਆਈਜ਼ ਦੀ ਡੈਮੇਜ ਹੋ ਜਾਂਦੀ ਹੈ, ਆਈਸਾਈਟ ਵੀਕ ਹੋ ਜਾਂਦੀ ਹੈ ਸ਼ੂਗਰ ਨਾਲ, ਉਹ ਇਸ ਵਜ੍ਹਾ ਨਾਲ ਹੁੰਦੀ ਹੈ ਕਿ ਸ਼ੂਗਰ ਜਿਹੜੀ ਹੈ ਇਹ ਚਿਪਕਦੀ, ਤੁਸੀਂ ਕਿਸੇ ਵੀ ਮਿੱਠੀ ਚੀਜ਼ ਨੂੰ ਪਕੜੋ ਤੁਹਾਡਾ ਹੱਥ ਚਿੰਬੜੇਗਾ, ਸਟਿੱਕੀ ਹੁੰਦੀ ਹੈ, ਠੀਕ ਹੈ ਨਾ। ਐਗਜ਼ੈਕਟਲੀ ਇਹੀ ਕੰਮ ਸਾਡੇ ਅੰਦਰ ਬਲੱਡ 'ਚ ਹੋ ਰਿਹਾ ਹੁੰਦਾ ਹੈ, ਠੀਕ ਹੈ। ਜਦੋਂ ਅਸੀਂ ਜ਼ਿਆਦਾ ਸ਼ੂਗਰੀ ਚੀਜ਼ ਖਾਂਦੇ, ਸਾਡਾ ਬਲੱਡ ਸਟਿੱਕੀ ਹੋ ਜਾਂਦਾ ਹੈ। ਜਦੋਂ ਸਾਡਾ ਬਲੱਡ ਸਟਿੱਕੀ ਹੁੰਦਾ ਹੈ, ਉਹ ਜਿਹੜੀ ਛੋਟੀ ਬਲੱਡ ਵੈਸਲਸ 'ਚੋਂ ਗੁਜ਼ਰੇਗਾ, ਉਹ ਚਿੰਬੜਨੀਆਂ ਸ਼ੁਰੂ ਹੋ ਜਾਣਗੀਆਂ, ਉਹ ਬੰਦ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇਹ ਕੰਮ ਸਾਡੇ ਕਿਡਨੀ 'ਚ ਹੋ ਰਿਹਾ ਹੁੰਦਾ ਔਰ ਸਾਡੇ ਅੱਖਾਂ 'ਚ ਖਾਸ ਤੌਰ ਤੇ ਇਹਨਾਂ 2 ਆਰਗਨਸ ਨੂੰ ਡੈਮੇਜ ਦੇ ਰਹੀ ਹੁੰਦੀ ਹੈ ਜਿਹੜੀ ਹਾਈ ਬਲੱਡ ਸ਼ੂਗਰ ਹੈ। ਅੱਛਾ, ਹੁਣ ਅਗਰ ਫਰਜ਼ ਕਰੋ
ਸਾਡੇ ਸੈੱਲ ਇਨਸੂਲਿਨ ਰੈਜ਼ਿਸਟੈਂਟ ਹੋ ਗਏ ਨੇ। ਦੇਖੋ ਨਾ, ਹੁਣ ਫਰਜ਼ ਕਰੋ ਤੁਸੀਂ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਕਿ ਇਹੋ ਜਿਹੇ ਮਹੱਲੇ ਚਲੇ ਜਾਂਦੇ ਹੋ ਜਿੱਥੇ ਬਹੁਤ ਜ਼ਿਆਦਾ ਰੌਲਾ ਹੈ, ਠੀਕ ਹੈ। ਹੁਣ ਇਸ ਰੌਲੇ ਦਾ ਇਹ ਹਾਲ ਤੇ ਨਹੀਂ ਹੈ ਕਿ ਜਿਹੜੇ ਉੱਥੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਅਗਰ ਉਹ ਆਵਾਜ਼ ਫੀਲ ਨਹੀਂ ਹੋ ਰਹੀ ਤੇ ਇਹਦਾ ਇਹ ਮਤਲਬ ਨਹੀਂ ਕਿ ਆਵਾਜ਼ ਖਤਮ ਹੋ ਗਈ ਹੈ। ਆਵਾਜ਼ ਉੱਥੇ ਹੈ ਲੇਕਿਨ ਉਹਨਾਂ ਦੀ ਬਾਡੀ ਡੀਸੈਂਸਿਟਾਈਜ਼ਡ ਹੋ ਗਈ ਹੈ, ਉਹਨੇ ਉਹ ਨੋਟਿਸ ਲੈਣਾ ਬੰਦ ਕਰ ਦਿੱਤਾ ਹੈ। ਇਹਦਾ ਇਹ ਮਤਲਬ ਨਹੀਂ ਹੈ ਕਿ ਉਸ ਸ਼ੋਰ ਨਾਲ ਉਹਨਾਂ ਦੇ ਬ੍ਰੇਨ ਨੂੰ ਡੈਮੇਜ ਨਹੀਂ ਮਿਲ ਰਿਹਾ, ਉਹ ਮਿਲ ਰਿਹਾ ਹੁੰਦਾ ਲੇਕਿਨ ਉਹਨਾਂ ਦੀ ਬਾਡੀ ਉੱਧਰ ਤਵੱਜੋ ਦੇਣੇ ਬੰਦ ਕਰ ਦਿੰਦੀ ਹੈ, ਉਹ ਰੈਜ਼ਿਸਟੈਂਟ ਹੋ ਜਾਂਦੀ ਹੈ ਇਸ ਫੈਨੋਮੀਨਨ। ਸੇਮ ਕਿਸਮ ਦਾ ਕੰਮ ਹੁੰਦਾ ਹੈ ਸ਼ੂਗਰ ਦੇ ਵਿੱਚ। ਸ਼ੂਗਰ ਦੇ ਵਿੱਚ ਵੀ ਇਹੀ ਹੁੰਦਾ ਹੈ ਕਿ ਇਨਸੂਲਿਨ ਬਹੁਤ ਜ਼ਿਆਦਾ ਹੋ ਜਾਂਦੀ ਹੈ, ਇਨਸੂਲਿਨ ਤੋਂ ਬਾਡੀ ਰੈਜ਼ਿਸਟੈਂਟ ਹੋ ਜਾਂਦੀ ਹੈ, ਠੀਕ ਹੈ ਨਾ। ਇਹਦਾ ਹੱਲ ਇਹ ਹੁੰਦਾ ਹੈ ਕਿ ਤੁਸੀਂ ਉਹ ਵਾਲੀਆਂ ਖੁਰਾਕਾਂ ਯੂਜ਼ ਕਰੋ, ਉਹ ਵਾਲੇ ਸਪਲੀਮੈਂਟਸ ਲਓ ਜਿਹਦੇ ਨਾਲ ਬਾਡੀ ਦੀ ਇਨਸੂਲਿਨ ਦੀ ਰਿਕੁਆਇਰਮੈਂਟ ਘਟ ਜਾਏ, ਤਾਂ ਕਿ ਪੈਂਕਰੀਆਸ ਨੂੰ ਰੈਸਟ ਮਿਲੇ, ਉਹਨੂੰ ਸਕੂਨ ਮਿਲੇ। ਇੱਕ ਬਿਮਾਰ ਹੈ, ਇੱਕ ਬੰਦਾ ਹੈ ਜਿਹਨੇ ਵਿਚਾਰੇ ਨੇ ਉਹ ਡਬਲ ਸ਼ਿਫਟਾਂ ਲਾ ਕੇ ਓਵਰ ਟਾਈਮ ਲਾ ਕੇ ਉਹ ਇਸ ਸਰਕਲ ਨੂੰ ਚਲਾ ਰਿਹਾ ਹੈ ਔਰ ਉਹ ਹੁਣ ਬਿਮਾਰ ਹੋ ਗਿਆ, ਤੇ ਸਾਡਾ ਹੱਕ ਬਣਦਾ ਹੈ ਕਿ ਉਹਨੂੰ ਰੈਸਟ ਦਈਏ, ਉਹਨੂੰ ਖਾਣਾ ਪੀਣਾ ਦਈਏ, ਉਹਦੇ ਤੋਂ ਬਰਡਨ ਕੰਮ ਦਾ ਘਟਾ ਦਈਏ ਤਾਂ ਕਿ ਉਹ ਲੰਬੇ ਅਰਸੇ ਤੱਕ ਸਾਡੇ ਨਾਲ ਕੰਮ ਕਰ ਸਕੇ। ਅਸੀਂ ਇਹ ਕੰਮ ਨਹੀਂ ਕਰਦੇ, ਠੀਕ ਹੈ। ਲੇਕਿਨ ਇਹੀ ਹੱਲ ਹੈ ਟਾਈਪ 2 ਡਾਇਬੀਟੀਜ਼ ਨੂੰ ਰਿਵਰਸ ਕਰਨ ਦਾ, ਔਰ ਟਾਈਪ 2 ਡਾਇਬੀਟੀਜ਼ ਬਹੁਤ ਆਸਾਨੀ ਨਾਲ ਰਿਵਰਸ ਹੋ ਜਾਂਦੀ ਹੈ। ਇਹਦੇ ਵਿੱਚ 3 ਤੋਂ 6 ਮਹੀਨੇ ਲੱਗਦੇ ਨੇ, ਟੀਕੇ ਵੀ ਛੁੱਟ ਜਾਂਦੇ ਨੇ ਇਨਸੂਲਿਨ ਦੇ, ਔਰ ਇਹ ਜਿਹੜੀਆਂ ਸਟੂਪਿਡ ਕਿਸਮ ਦੀਆਂ ਡਰੱਗਸ ਤੇ ਸਾਨੂੰ ਇਹ ਗੋਲੀਆਂ ਤੇ ਲਾ ਦਿੰਦੇ ਨੇ, ਇਹਨਾਂ ਤੋਂ ਵੀ ਜਾਨ ਛੁੱਟ ਜਾਂਦੀ ਹੈ, ਠੀਕ ਹੈ। ਅਲਬੱਤਾ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਐਜ਼ ਏ ਐਡ ਆਨ ਮੈਂ ਕੰਸੀਡਰ ਕਰਦਾ ਹੁੰਦਾ ਕਿ ਇਹ ਵੀ ਫੈਕਟਰ ਨੇ ਡਾਇਬੀਟੀਜ਼ ਦੇ ਵਿੱਚ। ਉਹਦੇ ਵਿੱਚ ਫੰਗਸ ਇਨਫੈਕਸ਼ਨ ਜਿਹੜੀ ਹੈ ਇਹ ਬਹੁਤ ਬੜਾ ਰੋਲ ਪਲੇ ਕਰਦੀ ਹੈ। ਜਿਨ੍ਹਾਂ ਲੋਕਾਂ ਨੂੰ ਖਾਸ ਤੌਰ ਤੇ ਉਹ ਆਪਣੀ ਜ਼ਬਾਨ ਜੀਭ ਨੂੰ ਚੈੱਕ ਕਰਿਆ ਕਰਨ, ਅਗਰ ਉਹਨਾਂ ਦੀ ਜੀਭ ਤੇ ਕੋਈ ਚਿੱਟਾ ਜਿਹਾ ਚਿੰਬੜਿਆ ਹੋਇਆ ਹੈ, ਉਹਨਾਂ ਦੇ ਕੋਈ ਨੇਲਸ ਕਾਲੇ ਨੇ, ਉਹਨਾਂ ਦੇ ਉੱਤੇ ਸਪੌਟਸ ਨੇ, ਫੰਗਸ ਹੈ ਉਹਨਾਂ ਦੀ ਬਾਡੀ 'ਚ, ਤੇ ਫੰਗਸ ਜਿਹੜਾ ਹੈ ਇਹ ਬਹੁਤ ਬੜਾ ਕੋ ਫੈਕਟਰ ਹੈ ਡਾਇਬੀਟੀਜ਼, ਠੀਕ ਹੈ। ਦੂਸਰੇ ਨੇ ਕੈਮੀਕਲਸ ਜਿਹੜੇ ਨੇ, ਕਿਉਂਕਿ ਮੈਂ ਤੁਹਾਨੂੰ ਹੁਣੀ ਦੱਸਿਆ ਕਿ ਲਿਵਰ ਜਿਹੜਾ ਹੈ ਇਹ ਬਹੁਤ ਬੜਾ ਮੇਜਰ ਪਲੇਅਰ ਹੈ ਡਾਇਬੀਟੀਜ਼ ਦੇ ਵਿੱਚ, ਠੀਕ ਹੈ ਨਾ। ਕਿਉਂਕਿ ਲਿਵਰ ਵੀ ਮੋਨੀਟਰ ਕਰ ਰਿਹਾ ਹੁੰਦਾ ਬਲੱਡ ਨੂੰ। ਜਦੋਂ ਸਾਡੇ ਬਲੱਡ ਦੇ ਵਿੱਚ ਸ਼ੂਗਰ ਸਰਕੂਲੇਟ ਹੋ ਰਹੀ ਹੈ ਔਰ ਜ਼ਿਆਦਾ ਹੈ, ਫਿਰ ਲਿਵਰ ਨੂੰ ਫੀਲ ਹੁੰਦਾ ਹੈ ਕਿ ਇਹ ਸ਼ੂਗਰ, ਉਹ ਫਿਰ ਲਿਵਰ ਉਸ ਐਕਸਟਰਾ ਸ਼ੂਗਰ ਨੂੰ ਲੈ ਕੇ ਉਹਨੂੰ ਸਟੋਰ ਕਰਦਾ ਹੈ ਗਲਾਈਕੋਜਨ ਬਣਾ ਕੇ, ਠੀਕ ਹੈ। ਔਰ ਜਦੋਂ ਫਿਰ ਅਸੀਂ ਫਰਜ਼ ਕਰੋ ਸੌਂ ਜਾਂਦੇ ਹਾਂ ਔਰ 10-12 ਘੰਟੇ ਅਸੀਂ ਕੁਝ ਵੀ ਨਹੀਂ ਖਾਂਦੇ ਹਾਂ, ਜਦੋਂ ਅਸੀਂ 10-12 ਘੰਟੇ ਸਾਡੀ ਬਲੱਡ ਦੇ ਬਾਡੀ ਦੇ ਵਿੱਚ ਜਿਹੜੀ ਸ਼ੂਗਰ ਅਸੀਂ ਖਾਣਾ ਖਾਦਾ ਹੁੰਦਾ ਹੈ ਉਹ ਖਤਮ ਹੋ ਜਾਂਦੀ ਹੈ, ਉਹ ਆਪਣੀ ਜਗ੍ਹਾ ਤੇ ਪਹੁੰਚ ਜਾਂਦੀ, ਫਿਨਿਸ਼ ਹੋ ਜਾਂਦੀ ਹੈ। ਉਸ ਵਕਤ ਸਾਡਾ ਜਿਹੜਾ ਲਿਵਰ ਹੈ ਉਹ ਫਿਰ ਗਲਾਈਕੋਜਨ ਜਿਹੜੀ ਉਹਨੇ ਸਟੋਰ ਕੀਤੀ ਹੁੰਦੀ ਹੈ ਉਹਨੂੰ ਪੰਪ ਕਰਨਾ ਸ਼ੁਰੂ ਕਰ ਦਿੰਦਾ ਹੈ, ਸਿਸਟਮ ਨੂੰ ਵਾਪਸ ਦੇਣਾ ਸ਼ੁਰੂ ਕਰ ਦਿੰਦਾ ਹੈ, ਠੀਕ ਹੈ ਨਾ। ਇੱਕ ਰੱਬ ਦਾ ਬੜਾ ਮਜ਼ੇਦਾਰ ਕਿਸਮ ਦਾ ਮੈਕੈਨਿਜ਼ਮ ਹੈ ਕਿ ਉਹਨੇ ਸਾਡੇ ਸੋਹਣੇ ਰੱਬ ਨੇ 2 ਕਿਸਮ ਦੇ ਮੈਕੈਨਿਜ਼ਮ ਦਿੱਤੇ ਨੇ ਸ਼ੂਗਰ ਦੇ ਬਾਰੇ 'ਚ। ਇੱਕ ਇਹ ਦਿੱਤਾ ਹੈ, ਉਹ ਕਹਿੰਦੇ ਨੇ ਕਿ ਇੱਕ ਛੋਟਾ ਅਰੇਂਜਮੈਂਟ ਹੈ, ਟੈਂਪਰੇਰੀ ਅਰੇਂਜਮੈਂਟ ਹੈ, ਕੁਇਕ ਸੋਲੂਸ਼ਨ ਹੈ। ਉਹ ਕੀ ਹੈ ਕਿ ਸਾਡਾ ਲਿਵਰ ਐਕਸਟਰਾ ਸ਼ੂਗਰ ਨੂੰ ਲੈਂਦਾ ਹੈ, ਗਲਾਈਕੋਜਨ ਬਣਾਉਂਦਾ ਹੈ, ਆਪਣੇ ਕੋਲ ਸਟੋਰ ਕਰ ਲੈਂਦਾ ਹੈ, ਜਦੋਂ ਜ਼ਰੂਰਤ ਹੁੰਦੀ ਹੈ ਵਾਪਸ ਦੇ ਦਿੰਦਾ ਹੈ। ਦੂਸਰਾ ਮੈਕੈਨਿਜ਼ਮ ਇਹ ਹੈ ਕਿ ਸਾਡੀ ਬਾਡੀ ਫਿਰ ਉਸ ਸ਼ੂਗਰ ਨੂੰ, ਐਕਸਟਰਾ ਸ਼ੂਗਰ ਨੂੰ ਜਿਹੜੀ ਲਿਵਰ ਤੋਂ ਵੀ ਬਚ ਜਾਂਦੀ ਹੈ ਔਰ ਬਾਡੀ ਦੇ ਦੂਸਰੇ ਆਰਗਨ ਵੀ ਨਹੀਂ ਲੈਂਦੇ, ਫਿਰ ਉਹਨੂੰ ਫੈਟ ਬਣਾ ਕੇ ਸਟੋਰ ਕਰ ਲੈਂਦੀ ਹੈ। ਇਹ 2 ਰਸਤੇ ਨੇ ਜਿਨ੍ਹਾਂ ਤੋਂ ਸਾਡੀ ਬਾਡੀ ਇਸ ਐਕਸਟਰਾ ਸ਼ੂਗਰ ਤੋਂ ਜਾਨ ਛੁਡਾਉਂਦੀ ਹੈ। ਹੁਣ ਮੈਨੂੰ ਦੱਸੋ, ਤੁਸੀਂ ਜਿੰਨਾ ਵੀ ਜ਼ੋਰ ਲਾਓ, ਜਦੋਂ ਤੱਕ ਤੁਸੀਂ ਇਨਸੂਲਿਨ ਰੈਜ਼ਿਸਟੈਂਟ ਨਹੀਂ ਖਤਮ ਕਰੋਗੇ, ਕਿਉਂਕਿ ਇਨਸੂਲਿਨ ਦੇ ਬਾਰੇ 'ਚ ਮੈਂ ਇੱਕ ਹੋਰ ਵੀ ਤੁਹਾਨੂੰ ਗੱਲ ਦੱਸਦਾ। ਇਨਸੂਲਿਨ ਨਾ ਸਿਰਫ ਇਹ ਜਿਹੜਾ ਐਸਾ ਹਾਰਮੋਨ ਹੈ ਜਿਹੜਾ ਬਲੱਡ ਸ਼ੂਗਰ ਨੂੰ ਮੈਟਾਬੋਲਾਈਜ਼ ਕਰਨ 'ਚ, ਯਾਨੀ ਉਹਨੂੰ ਐਜ਼ ਅ ਕੈਰੀਅਰ ਕੰਮ ਕਰਦਾ ਹੈ। ਦੂਸਰਾ ਇਹ ਹੈ ਕਿ ਇਹ ਬਲੱਡ ਇਹ ਸਟੋਰੇਜ ਹਾਰਮੋਨ, ਜਦੋਂ ਐਕਸਟਰਾ ਸ਼ੂਗਰ ਬਲੱਡ ਸਰਕੂਲੇਟ ਕਰ ਰਹੀ ਹੁੰਦੀ ਹੈ ਔਰ ਕੋਈ ਸੈਲਸ ਨਹੀਂ ਲੈ ਰਹੇ ਹੁੰਦੇ, ਇਨਸੂਲਿਨ ਉਹਨੂੰ ਪਕੜ ਕੇ ਜਾ ਕੇ ਫੈਟ ਸੈੱਲ ਵਿੱਚ ਡੰਪ ਕਰ ਦਿੰਦੀ ਹੈ। ਔਰ ਜਦੋਂ ਤੱਕ ਤੁਹਾਡੀ ਬਾਡੀ 'ਚ ਇਨਸੂਲਿਨ ਹਾਈ ਹੋਏਗੀ, ਤੁਹਾਡੇ ਫੈਟ ਸੈੱਲ ਕਦੇ ਵੀ ਉਸ ਫੈਟ ਨੂੰ ਐਜ਼ ਅ એનર્ਜੀ ਸੋਰਸ ਰਿਲੀਜ਼ ਹੋਣ ਦੀ ਇਜਾਜ਼ਤ ਹੀ ਨਹੀਂ ਦੇਣਗੇ, ਕਿਉਂਕਿ ਇਨਸੂਲਿਨ ਪਹਿਰਾ ਦਿੰਦੀ ਹੈ। ਸਮਝ ਆਈ ਇਹ ਗੱਲ? ਇਸ ਲਈ ਜਿਹੜੇ ਲੋਕ ਟੀਕੇ ਲਗਾਉਂਦੇ ਨੇ ਨਾ, ਉਹ ਕਦੇ ਵੀ ਫੈਟ ਲੂਜ਼, ਆਪਣਾ weight ਲੂਜ਼ ਨਹੀਂ ਕਰ ਸਕਦੇ। ਉਹਨਾਂ ਦਾ weight ਲੂਜ਼ ਹੋ ਹੀ ਨਹੀਂ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਇਨਸੂਲਿਨ ਉਹ ਫੈਟ ਨੂੰ ਮੈਲਟ ਹੀ ਨਹੀਂ ਹੋਣ ਦਿੰਦੀ, ਠੀਕ ਹੈ। ਇਹ ਸਾਰੀਆਂ ਲੌਜੀਕਲ ਚੀਜ਼ਾਂ ਨੇ, ਇੰਟਰਕਨੈਕਟਡ ਨੇ, ਠੀਕ ਹੈ ਨਾ। ਤੁਸੀਂ ਇੱਕ ਸਿੰਪਟਮ ਵੱਲ ਜਾਓ ਔਰ ਦੌੜ ਕੇ ਉੱਥੇ ਹਮਲਾ ਕਰ ਦਿਓ ਕਿ ਬਸ ਮੈਂ ਤੇਰੇ ਬਲੱਡ ਚੋਂ ਇੱਕ ਵਾਰੀ ਤੇਰੇ ਬਲੱਡ ਸ਼ੂਗਰ ਚੋਂ ਮੈਂ ਦਿਖਾ ਦੇਣਾ ਕਿ ਇਹ ਤੇ ਕੰਟਰੋਲ ਹੋ ਗਈ, ਬਸ ਹੁਣ ਤੂੰ ਠੀਕ ਹੈ। ਐਸੀ ਗੱਲ ਨਹੀਂ ਹੈ, ਠੀਕ ਹੈ ਨਾ। ਇਹ ਜਿਹੜੇ ਡਿਜਿਟ ਦੀ ਸਾਡੇ ਨਾਲ ਸਰਕਸ ਕਰਦੇ ਨੇ ਨਾ, 5 ਹੋ ਗਿਆ। ਹੁਣ ਮੈਨੂੰ ਇਹ ਦੱਸੋ, ਇਹ ਜਿਹੜੇ ਲੈਵਲ ਬਣਾਏ ਹੋਏ ਨੇ, ਮਸਲਾ ਸ਼ੂਗਰ ਦਾ ਲੈਵਲ ਬਣਾਇਆ ਹੋਇਆ ਜੀ, ਸ਼ੂਗਰ ਜਿਹੜੀ ਹੈ ਨਾ ਹਰ ਬੰਦੇ ਦੀ ਉਹ 5 ਤੋਂ ਥੱਲੇ ਹੋਣੀ ਚਾਹੀਦੀ ਹੈ, ਠੀਕ ਹੈ, ਜਾਂ 100 ਹੋਣੀ ਚਾਹੀਦੀ ਹੈ। ਜਿਹੜੇ ਇੰਡੀਆ ਪਾਕਿਸਤਾਨ 'ਚ ਸਾਡੇ ਦੇਖਦੇ ਨੇ 120 ਜਿਹੜੀ ਹੈ ਜੀ, ਇਸ ਤੋਂ ਥੱਲੇ ਹੋਏ ਤਾਂ ਤੁਹਾਨੂੰ ਸ਼ੂਗਰ ਨਹੀਂ ਹੈ, ਭੁੱਖੇ ਪੇਟ। ਅਗਰ ਇਸ ਤੋਂ ਜ਼ਿਆਦਾ ਹੋਏ ਤਾਂ ਤੁਸੀਂ ਡਾਇਬੈਟਿਕ ਹੋ। ਇਹ ਕਿਹਨੇ ਬਣਾਏ ਨੇ ਲੈਵਲ?
ਕੌਣ ਉਹ ਅਥਾਰਟੀ ਸੀ ਜਿਹਨੇ ਇਹ ਐਸਟੈਬਲਿਸ਼ ਕੀਤੀ ਇਹ ਚੀਜ਼ ਕਿ ਸ਼ੂਗਰ ਦਾ ਲੈਵਲ 5 ਹੋਣਾ ਚਾਹੀਦਾ, 5 ਤੋਂ ਉੱਪਰ ਤੁਸੀਂ ਡਾਇਬੈਟਿਕ ਹੋ, 5 ਤੋਂ ਥੱਲੇ ਨਾਰਮਲ ਹੋ। ਕਿਹਨੇ ਕੀਤਾ? ਇਹ ਟੋਟਲ ਫਰਾਡਬਾਜ਼ੀ ਚੱਲ ਰਹੀ ਹੈ, ਠੀਕ ਹੈ। 100 ਬੰਦੇ ਲੈਂਦੇ ਨੇ, ਉਹਨਾਂ ਦੀ ਐਵਰੇਜ ਕਲੈਕਟ ਕਰਦੇ ਨੇ ਔਰ ਕਹਿੰਦੇ ਨੇ ਜੀ ਇਹ 100 ਬੰਦੇ ਹੈਲਦੀ ਬੰਦਿਆਂ ਦੀ ਬਲੱਡ ਸ਼ੂਗਰ ਦੀ ਐਵਰੇਜ ਇਹ ਆਈ ਹੈ, ਲਿਹਾਜ਼ਾ ਸਾਰਿਆਂ ਦੀ ਹੈ। ਇਹ ਇਤਨੀ ਨੌਨਸੈਂਸ ਗੱਲ ਹੈ। ਤੁਸੀਂ ਮੈਨੂੰ ਦੱਸੋ ਕਿ ਇਹ ਜੁੱਤੀਆਂ ਦੀ ਦੁਕਾਨ ਵਾਲਾ ਕੋਈ ਲਵੇ, ਉਹ 10 ਬੰਦਿਆਂ ਦੇ ਪੈਰਾਂ ਦਾ ਮਾਪ ਲਵੇ, ਕਿਸੇ ਦਾ ਪੈਰ ਦਾ ਸਾਈਜ਼ ਹੋਏ 45, ਕਿਸੇ ਦਾ 15, ਕਿਸੇ ਦਾ 20, ਕਿਸੇ ਦਾ 25, ਔਰ ਇੱਕੋ ਜੁੱਤੀ ਬਣਾ ਕੇ ਆਪਣੀ ਦੁਕਾਨ ਤੇ ਰੱਖ ਦੇ ਕਿ ਹਾਂ ਜੀ ਇਹ ਸਟੈਂਡਰਡ ਸਾਈਜ਼ ਹੈ। ਹੁਣ ਅਗਰ ਤੁਹਾਡਾ ਪੈਰ ਵੱਡਾ ਹੋਏਗਾ ਉਹਨੂੰ ਵੱਢ ਕੇ ਤੇ ਮੈਂ ਫਿੱਟ ਕਰਾਂਗਾ, ਅਗਰ ਛੋਟਾ ਹੋਏਗਾ ਤਾਂ ਮੈਂ ਕੋਈ ਲੱਕੜ ਲਾ ਕੇ ਉਹਨੂੰ ਫਿੱਟ ਕਰ ਦਿਆਂਗਾ। ਇਹ ਇੰਤਹਾਈ ਸਟੂਪਿਡ ਚੀਜ਼ ਹੈ। ਹਿਊਮਨ ਬੋਡੀ ਇਸ ਤਰ੍ਹਾਂ ਕੰਮ ਨਹੀਂ ਕਰਦੀ। ਅਸੀਂ ਸਾਰੇ ਦੇ ਸਾਰੇ ਐਜ਼ ਅ ਕੰਪਲੀਟ ਇੰਡੀਵਿਜੂਅਲ ਤਿਆਰ ਕੀਤੇ ਗਏ। ਤੁਸੀਂ ਸਾਡੇ ਉੱਤੇ ਕਿਸੇ ਕਿਸਮ ਦਾ ਫਿਕਸ ਨਹੀਂ ਲਾ ਸਕਦੇ ਕਿ ਤੇਰਾ ਲੈਵਲ ਇਹ ਹੋਏਗਾ, ਅਗਰ ਇਸ ਤੋਂ ਵੱਡਾ ਹੈ ਤਾਂ ਤੂੰ ਡਾਇਬੈਟਿਕ ਹੈ, ਤੇਰਾ ਲੈਵਲ ਇਹ ਹੈ। ਇਹ ਟੋਟਲ ਨੌਨਸੈਂਸ ਗੱਲ ਹੈ। ਤੁਹਾਨੂੰ ਮੈਂ ਇੱਕ ਹੋਰ ਮਸਦਾਰੀ ਦੀ ਗੱਲ ਦੱਸਦਾ। ਤੁਹਾਡੇ ਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਮੈਡੀਕਲ ਸਾਇੰਸ ਨਾਲ ਕਨੈਕਟਡ ਨੇ, ਠੀਕ ਹੈ, ਕੁਝ ਨਰਸਿੰਗ ਦੇ ਵਿੱਚ ਨੇ, ਕੁਝ ਦੂਸਰੇ ਪ੍ਰੋਫੈਸ਼ਨਸ ਦੇ ਵਿੱਚ ਨੇ। ਤੁਹਾਨੂੰ ਇੱਕ ਮੈਂ ਐਕਸਪੈਰੀਮੈਂਟ ਦੱਸਦਾ। ਇਹ 5 ਉਂਗਲੀਆਂ ਨੇ। ਤੁਸੀਂ ਕਿਸੇ ਦਿਨ ਬੈਠ ਕੇ ਨਾ ਇਹਨਾਂ 5 ਉਂਗਲੀਆਂ ਦਾ ਉਹ ਪ੍ਰਿਕ ਦੇ ਨਾਲ ਬਲੱਡ ਟੈਸਟ ਲੈਣਾ, ਠੀਕ ਹੈ। ਤੁਸੀਂ ਹੈਰਾਨ ਹੋ ਜਾਓਗੇ ਤੁਹਾਡੀ 5 ਉਂਗਲੀਆਂ ਦਾ ਬਲੱਡ ਸ਼ੂਗਰ ਦਾ ਇੱਕ ਲੈਵਲ ਨਹੀਂ ਆਏਗਾ। ਇਹਨੂੰ ਸਟੂਪਿਡ ਬਣਾ ਰਿਹਾ ਮੈਡੀਕਲ ਸਿਸਟਮ। ਇਸ ਲਈ ਮੈਂ ਪਿੱਟਦਾ, ਇਸ ਮੈਡੀਕਲ ਸਿਸਟਮ ਤੇ ਖੁਦਾ ਦਾ ਨਾਮ ਟਰਸਟ ਕਰਨਾ ਬੰਦ ਕਰ ਦਿਓ, ਆਪਣੇ ਉੱਪਰ ਟਰਸਟ ਕਰੋ। ਕਿਉਂਕਿ ਜਿਹੜਾ ਮੈਡੀਕਲ ਸਿਸਟਮ ਸਾਡੇ ਰੱਬ ਨੇ ਸਾਨੂੰ ਦਿੱਤਾ ਹੈ ਨਾ, ਉਹ ਮਲਟੀ ਲੇਅਰ ਹੈ, ਉਹ ਕਮਾਲ ਦਾ ਹੈ। ਉਹ ਨਹੀਂ ਹਾਰ ਸਕਦਾ ਜਦੋਂ ਤੱਕ ਅਸੀਂ ਖੁਦ ਇਸ ਕਿਸਮ ਦੇ ਈਵਲ ਡਰੱਗਸ ਲੈ ਕੇ ਉਹਨੂੰ ਨਾ ਹਰਾ ਦਈਏ, ਠੀਕ ਹੈ ਨਾ। ਇਸ ਲਈ ਜਿਹੜੇ ਡਾਇਬੈਟਿਕ ਨੇ ਉਹਨਾਂ ਨੂੰ ਫੂਡ ਦੀ ਟਿਪਸ ਮੈਂ ਦੇਣਾ। ਇੱਕ ਤੇ ਹੈ ਕਿ ਉਹਨਾਂ ਨੂੰ ਕਣਕ ਬੰਦ ਕਰ ਦੇਣੀ ਚਾਹੀਦੀ ਹੈ ਖਾਣੀ, ਬਿਲਕੁਲ ਨਹੀਂ ਖਾਣੀ ਚਾਹੀਦੀ ਕਣਕ। ਜਿਹੜੀ ਹੈ ਇੱਕ ਐਕਸਪੈਰੀਮੈਂਟ ਹੋਇਆ ਸੀ ਕੈਨੇਡਾ ਦੇ ਵਿੱਚ, ਠੀਕ ਹੈ। ਉਹਦੇ ਵਿੱਚ ਇੱਕ ਪ੍ਰੋਫੈਸਰ ਨੇ ਆਪਣੀ ਕਲਾਸ ਦੇ ਉੱਤੇ ਇੱਕ ਐਕਸਪੈਰੀਮੈਂਟ ਕੀਤਾ ਸੀ। ਉਹ ਬਹੁਤ ਅੱਛਾ, ਇਹਨੂੰ ਅਸੀਂ ਕਹਿੰਦੇ ਗਲਾਈਸੀਮਿਕ ਇੰਡੈਕਸ। ਉਹਨੇ ਆਪਣੀ ਕਲਾਸ ਦੇ ਬੱਚਿਆਂ ਨੂੰ ਮੁxtਲਿਫ ਕਿਸਮ ਦੀਆਂ ਖੁਰਾਕਾਂ ਦਿੱਤੀਆਂ ਔਰ ਫਿਰ ਉਹਨਾਂ ਦੇ ਬਲੱਡ ਸ਼ੂਗਰ ਦੇ ਜਿਸ ਤਰ੍ਹਾਂ ਸਪਾਈਕ ਆਈ, ਇਨਕਰੀਜ਼ ਹੋਇਆ, ਡਿਕਰੀਜ਼ ਹੋਇਆ, ਉਹ ਸਾਰਾ ਉਹਨਾਂ ਨੇ ਲਿਖਿਆ, ਡੇਟਾ ਬਣਾਇਆ ਕਿ ਜੀ ਕਿਹੜੀ ਕਿਹੜੀ ਖੁਰਾਕ ਹੈ ਉਹਦਾ ਗਲਾਈਸੀਮਿਕ ਇੰਡੈਕਸ ਕੀ ਹੈ। ਮਸਲਨ ਜਿਹੜਾ ਗਲੂਕੋਜ਼ ਹੈ ਉਹਦਾ ਉਹਨਾਂ ਨੇ 100 ਬਣਾਇਆ ਕਿ ਇਹ ਸਟੈਂਡਰਡ ਹੈ, ਇਹਦਾ ਗਲਾਈਸੀਮਿਕ ਇੰਡੈਕਸ 100 ਹੈ ਕਿ ਜਦੋਂ ਅਸੀਂ ਗਲੂਕੋਜ਼ ਦੇਣਾ ਹੈ ਉਹ 100% ਗਲੂਕੋਜ਼ ਦਾ ਲੈਵਲ ਆ ਜਾਣਾ, ਠੀਕ ਹੈ ਨਾ। ਇਹ ਉਹਨਾਂ ਨੇ ਬਣਾਇਆ ਸੀ। ਹੁਣ ਤੁਸੀਂ ਹੈਰਾਨ ਹੋਵੋਗੇ, ਮੇਰੇ ਕੋਲ ਪੇਸ਼ੈਂਟ ਆਉਂਦੇ ਨੇ, ਡਾਕਟਰ ਜੀ ਸਮਝ ਨਹੀਂ ਆਉਂਦੀ, 2 ਬ੍ਰਾਊਨ ਬ੍ਰੈਡ ਦੇ ਪੀਸ ਖਾਦੇ ਆ ਸਵੇਰੇ, ਸ਼ੂਗਰ 16 ਹੋ ਗਈ, 300 ਚਲੀ ਗਈ, ਇਹ ਕਿਉਂ ਹੈ? ਉਹਦੀ ਵਜ੍ਹਾ ਇਹ ਹੈ ਕਿ ਉਹ ਜਿਹੜਾ ਕੈਨੇਡਾ ਦੇ ਡਾਕਟਰ ਨੇ ਐਕਸਪੈਰੀਮੈਂਟ ਕੀਤਾ ਸੀ ਨਾ ਆਪਣੀ ਕਲਾਸ ਦੇ, ਉਹਦੇ ਵਿੱਚ ਉਹਨੇ ਇਹ ਸਾਨੂੰ ਦਿਖਾਇਆ, ਉਹ ਗਲਾਈਸੀਮਿਕ ਇੰਡੈਕਸ ਲਿਖਿਆ ਪਿਆ ਹੈ ਨੈਟ ਤੇ, ਤੁਸੀਂ ਖੁਦ ਜਾ ਕੇ ਦੇਖੋ। ਉਹਦੇ ਵਿੱਚ ਉਹਨੇ ਦਿਖਾਇਆ, ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਇਹ ਚਿੱਟੀ ਚੀਨੀ ਹੁੰਦੀ ਹੈ, ਵਾਈਟ ਸ਼ੂਗਰ, ਜਿਹੜੇ ਅੱਜ ਕੱਲ ਅਸੀਂ ਬੜੇ ਹੈਲਥ ਕੌਨਸ਼ੀਅਸ ਆ, ਅਸੀਂ ਕਹਿੰਦੇ ਚਿੱਟੀ ਚੀਨੀ ਨਹੀਂ ਖਾਣੀ, ਬਹੁਤ ਚੰਗਾ ਕਰਦੇ। ਚਿੱਟੀ ਚੀਨੀ ਕੈਮੀਕਲ ਹੈ, ਇਹ ਫੂਡ ਨਹੀਂ ਹੈ। ਚਿੱਟੀ ਚੀਨੀ ਦਾ ਗਲਾਈਸੀਮਿਕ ਇੰਡੈਕਸ ਜਿਹੜਾ ਹੈ ਨਾ ਉਹ 69 ਹੈ, 69। ਔਰ ਤੁਹਾਨੂੰ ਪਤਾ ਹੈ ਕਣਕ ਦਾ, ਵੀਟ ਦਾ, ਬ੍ਰਾਊਨ ਬ੍ਰੈਡ ਦਾ ਗਲਾਈਸੀਮਿਕ ਇੰਡੈਕਸ ਕਿੰਨਾ ਹੈ? 71, ਠੀਕ ਹੈ। ਹੁਣ ਅਗਰ ਤੁਸੀਂ 2 ਚਮਚ ਚਿੱਟੀ ਚੀਨੀ ਦੇ ਖਾ ਲਓ ਔਰ ਅਗਲੇ ਦਿਨ 2 ਬ੍ਰਾਊਨ ਬ੍ਰੈਡ ਦੇ ਸਲਾਈਸ ਖਾ ਲਓ, ਤੁਹਾਡੀ ਬਲੱਡ ਸ਼ੂਗਰ ਦੀ ਸਪਾਈਕ ਇੱਕੋ ਜਿਹੀ ਆਏਗੀ, ਠੀਕ ਹੈ। ਇਹ ਦੱਸਦੇ ਨੇ ਸਾਨੂੰ, ਕਰਦੇ ਨੇ? ਨਹੀਂ ਕਰਦੇ ਸਾਨੂੰ। ਇਹ ਚੀਜ਼ਾਂ ਸਾਨੂੰ ਖੁਦ ਸੋਚਣੀਆਂ ਪੈਣਗੀਆਂ ਔਰ ਆਪਣੇ ਆਪ ਨੂੰ ਖੁਦ ਠੀਕ ਕਰਨਾ ਪਏਗਾ। ਕਣਕ ਛੱਡ ਦਿਓ। ਦੂਸਰਾ ਇਹ ਹੈ ਕਿ ਕੁਕਿੰਗ ਜਿਹੜੀ ਹੈ ਉਹ ਪਲੀਜ਼ ਦੇਸੀ ਘਿਓ ਚ ਕਰੋ। ਇਹ ਕੁਕਿੰਗ ਆਇਲ ਜਿਹੜੇ ਨੇ, ਨੈਕਸਟ ਸ਼ੋਅ ਜਿਹੜਾ ਮੈਂ ਕਰਾਂਗਾ ਨੈਕਸਟ ਟਿਊਜ਼ਡੇ, ਉਹ ਹਾਰਟ ਦੀ ਹੈਲਥ ਤੇ ਕਰਾਂਗਾ ਔਰ ਮੈਂ ਉਹਦੇ ਚ ਤੁਹਾਨੂੰ ਮੁਕੰਮਲ ਤੌਰ ਤੇ ਇਹ ਜਿਹੜੀ ਹਿਸਟਰੀ ਹੈ, ਜਿਸ ਤਰੀਕੇ ਨਾਲ ਆਇਲ ਜਿਹੜੇ ਨੇ, ਕੁਕਿੰਗ ਆਇਲ ਸਾਡੇ ਗੱਲ ਪਾ ਦਿੱਤੇ ਗਏ ਨੇ ਸਾਨੂੰ ਦੇਸੀ ਘਿਓ ਤੋਂ ਹਟਾ ਕੇ। ਇੱਕ ਹੋਰ ਬੜਾ ਫਰਾਡ ਇਸ ਮੈਡੀਕਲ ਇੰਡਸਟਰੀ ਨੇ ਸਾਡੇ ਤੇ ਕੀਤਾ। ਇਸ ਮੈਡੀਕਲ ਇੰਡਸਟਰੀ ਨੇ ਇੰਨੇ ਵੱਡੇ ਜ਼ੁਲਮ ਕੀਤੇ ਨੇ ਹਿਊਮੈਨਿਟੀ ਤੇ। ਇੱਕ ਦਿਨ ਆਏਗਾ ਕਿ ਇਹ ਸਾਰੀਆਂ ਜਿਹੜੀਆਂ ਗੇਮਾਂ ਨੇ ਇਹ ਐਕਸਪੋਜ਼ ਹੋਣਗੀਆਂ। ਤੁਹਾਨੂੰ ਕੁਕਿੰਗ ਜਿਹੜੀ ਹੈ ਦੇਸੀ ਘਿਓ ਚ ਕਰਨੀ ਹੈ ਜਾਂ ਕੋਕੋਨਟ ਆਇਲ ਦੇ ਵਿੱਚ ਕਰਨੀ ਹੈ, ਠੀਕ ਹੈ। ਇਹਦੇ ਇਲਾਵਾ ਜਿਹੜੇ ਦੂਸਰੇ ਆਇਲ ਹੁੰਦੇ ਨੇ, ਜਿਵੇਂ ਮਸਟਰਡ ਆਇਲ ਹੈ, ਓਲਿਵ ਆਇਲ ਹੈ, ਦੂਸਰੇ ਆਇਲ ਨੇ, ਇਹਨਾਂ ਨੂੰ ਰੱਬ ਨੇ ਗਰਮ ਕਰਨ ਲਈ ਨਹੀਂ ਬਣਾਇਆ, ਕਿਉਂਕਿ ਇਹਨਾਂ ਦੇ ਵਿੱਚ ਡਬਲ ਬੌਂਡ ਹੁੰਦੇ ਨੇ। ਜੋ ਹੀ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਗਰਮ ਕਰਦੇ ਹੋ, ਇਹ ਐਕਸਪੈਂਡ ਹੁੰਦੇ ਨੇ, ਇਹਨਾਂ ਦੇ ਬੌਂਡ ਟੁੱਟ ਜਾਂਦੇ ਨੇ, ਆਕਸੀਡਾਈਜ਼ ਹੋ ਜਾਂਦੇ ਨੇ, ਇਹ ਡੇਂਜਰਸ ਹੋ ਜਾਂਦੇ ਨੇ, ਠੀਕ ਹੈ। ਲੇਕਿਨ ਜਿਹੜਾ ਦੇਸੀ ਘਿਓ ਹੈ ਜਾਂ ਕੋਕੋਨਟ ਆਇਲ ਹੈ, ਇਹਨਾਂ 'ਚ ਬਿਲਕੁਲ ਡਬਲ ਬੌਂਡ ਨਹੀਂ ਹੁੰਦਾ। ਇਹ ਬੜੇ ਸੋਲਿਡ ਹੁੰਦੇ ਨੇ, ਇਹ ਨਹੀਂ ਟੁੱਟ ਸਕਦੇ। ਇਹ ਉਸੇ ਤਰ੍ਹਾਂ ਭਾਵੇਂ ਇਹਨਾਂ ਨੂੰ ਜਿੰਨਾ ਹੀਟ ਅਪ ਕਰੋ, ਸਾਡੀ ਬਾਡੀ ਜਾਂਦੇ ਨੇ ਕੁਕਿੰਗ ਦੇ ਪ੍ਰੋਸੈਸ ਤੋਂ ਗੁਜ਼ਰ ਕੇ, ਜਿਸ ਤਰ੍ਹਾਂ ਨੇਚਰ ਦੇ ਵਿੱਚ ਰੱਬ ਨੇ ਇਹਨਾਂ ਨੂੰ ਡਿਜ਼ਾਈਨ ਕੀਤਾ। ਇਹਨਾਂ ਦਾ ਮੋਲੀਕੂਲਰ ਸਟਰਕਚਰ ਨਹੀਂ ਟੁੱਟਦਾ, ਠੀਕ ਹੈ। ਪਹਿਲੀ ਚੇਂਜ ਕਣਕ ਬੰਦ ਕਰ ਦਿਓ, ਦੂਸਰੀ ਚੇਂਜ ਦੇਸੀ ਘਿਓ ਖਾਓ, ਤੀਸਰੀ ਚੇਂਜ ਇਹ ਹੈ ਕਿ ਤੁਸੀਂ ਜਿੰਨਾ ਵੀ ਮੈਕਸਿਮਮ ਹੈ, ਕਮ ਸੇ ਕਮ ਤੁਸੀਂ ਜਿਹੜੇ ਡਾਇਬੈਟਿਕ ਹੋ 2-3 ਮਹੀਨੇ ਲਈ ਫਰੂਟ ਅਵਾਇਡ ਕਰੋ।
मैं डायबिटिक्स ਜਿਹੜੇ ਨੇ ਉਹਨਾਂ ਦਾ ਫਰੂਟ ਬੰਦ ਕਰਾ ਦਿੰਦਾ ਹਾਂ, ਠੀਕ ਹੈ। ਔਰ ਦੁੱਧ ਦਹੀਂ ਵੀ ਬੰਦ ਕਰਾ ਦਿੰਦਾ ਹੁੰਦਾ, ਕਿਉਂਕਿ ਦੁੱਧ ਜਿਹੜਾ ਹੈ ਉਹਦੇ ਵਿੱਚ ਕੇਸੀਨ ਪ੍ਰੋਟੀਨ ਹੁੰਦੀ ਹੈ ਜਿਹੜੀ ਬਹੁਤ ਸਟਰੋਂਗ ਹੈ। ਉਹ ਬੱਚਿਆਂ ਦਾ ਸਟੋਮਿਕ ਹੀ ਡਾਈਜੈਸਟ ਕਰ ਸਕਦਾ ਹੈ। ਅਸੀਂ ਜਿਹੜੇ ਲੋਕ ਹਾਂ ਸਾਡਾ ਸਟੋਮਿਕ ਵੀਕ ਹੋ ਜਾਂਦਾ ਓਵਰ ਦ ਪੀਰੀਅਡ ਆਫ ਟਾਈਮ। ਇਹ ਵੀ ਮੈਂ ਐਕਸਪਲੇਨ ਕਰਾਂਗਾ ਕਿ ਸਟੋਮਿਕ ਜਿਹੜਾ ਹੈ ਕਿਸ ਤਰ੍ਹਾਂ ਆਪਣੀ ਐਫੀਸ਼ੀਐਂਸੀ ਲੂਜ਼ ਕਰਦਾ ਹੈ। ਹਰ ਸਾਲ 1% ਉਹਦੀ ਐਫੀਸ਼ੀਐਂਸੀ ਡਾਊਨ ਹੁੰਦੀ ਜਾਂਦੀ ਹੈ। ਹੁਣ ਅਗਰ ਮੈਂ 50 ਸਾਲ ਦਾ ਤੇ ਜੇ ਉਹ ਮੇਰਾ ਸਟੋਮਿਕ 1 ਸਾਲ ਦੀ ਏਜ ਵਿੱਚ ਕੰਮ ਕਰ ਰਿਹਾ ਸੀ, ਅੱਜ ਨਹੀਂ ਕਰ ਰਿਹਾ, 50% ਘੱਟ ਹੈ। ਜਦੋਂ ਅੱਜ ਮੈਂ ਦੁੱਧ ਪੀਆਂਗਾ, ਗਾਂ ਦਾ ਦੁੱਧ ਪੀਆਂਗਾ, ਮੇਰਾ ਸਟੋਮਿਕ ਉਸ ਪ੍ਰੋਟੀਨ ਨੂੰ ਉਹ ਡਾਈਜੈਸਟ ਨਹੀਂ ਕਰ ਪਾਏਗਾ ਔਰ ਉਹ ਮੈਨੂੰ ਐਲਰਜੀਜ਼ ਕਰੇਗੀ, ਮੇਰੇ ਇੰਟੈਸਟਾਈਨ ਇਨਫਲੇਮ ਹੋਏਗੀ, ਮੇਰੇ ਪੈਂਕਰੀਆਸ ਤੇ ਸਟ੍ਰੈਸ ਆਏਗਾ। ਔਰ ਅਗਰ ਤੁਸੀਂ ਡਾਇਬੈਟਿਕ ਹੋ ਤਾਂ ਪੈਂਕਰੀਆਸ ਨੂੰ ਤੇ ਰੈਸਟ ਦੇਣਾ ਹੈ ਅਸੀਂ, ਠੀਕ ਹੈ। ਲਿਹਾਜ਼ਾ ਦੁੱਧ ਦਹੀਂ ਵੀ ਨਹੀਂ ਲੈਣੀ ਚਾਹੀਦੀ ਔਰ ਇਹ ਜਿਹੜੀ ਇੰਤਹਾਈ ਖੌਫਨਾਕ ਕਿਸਮ ਦੀ ਡਰੱਗਸ ਤੇ ਸਾਨੂੰ ਲਾ ਦਿੰਦੇ ਨੇ, ਇਹ ਨਹੀਂ ਲੈਣੀ ਚਾਹੀਦੀ, ਠੀਕ ਹੈ। ਅੱਛਾ, ਹੁਣ ਕੋਈ ਥੋੜੇ ਜਿਹੇ ਕੁਐਸਚਨ ਲੈ ਲੈਂਦੇ ਹਾਂ। ਹਾਂਜੀ, ਅਵਤਾਰ ਸਿੰਘ ਸਾਹਿਬ ਕਹਿ ਰਹੇ ਨੇ ਕਿ ਉਹ ਲੀਵੋਥਾਇਰੈਕਸਿਨ ਕੋਈ ਲੈ ਰਿਹਾ ਹੋਵੇ ਅਗਰ 100 ਮਾਈਕਰੋਗ੍ਰਾਮ। ਲੀਵੋਥਾਇਰੈਕਸਿਨ ਜਿਹੜੀ ਹੈ ਇਹ ਥਾਇਰਾਇਡ ਦੀ ਗੋਲੀ ਹੈ ਜਿਹੜੀ ਭੁੱਖੇ ਪੇਟ ਸੁਬਾ ਲੈਂਦੇ ਆ। ਇਜ਼ ਇਟ ਸੇਫ ਟੂ ਟੇਕ ਆਇਓਡੀਨ? 100%। ਦੇਖੋ ਆਇਓਡੀਨ ਤਾਂ ਫੂਡ ਹੈ। ਹੁਣ ਤੇ ਇਹ ਹੈ ਨਾ ਕਿ ਇਜ਼ ਇਟ ਸੇਫ ਟੇਕ ਈਟ ਮੀਟ? ਲਾਜ਼ਮੀ ਫੂਡ ਤੇ ਖਾਣੀ ਹੈ। ਆਇਓਡੀਨ ਦੇ ਉੱਤੇ ਹੀ ਸਾਡੀ ਬਾਡੀ ਚੱਲਦੀ ਹੈ, ਠੀਕ ਹੈ। ਇੱਕ ਇੰਪੋਰਟੈਂਟ ਨਿਊਟ੍ਰੀਐਂਟ ਹੈ। ਜਿਵੇਂ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਕਿ ਸਾਡੀ ਬਾਡੀ ਆਇਓਡੀਨ ਤੋਂ ਬਗੈਰ, ਇੱਕ ਵਾਰੀ ਫਿਰ ਦੱਸ ਦੇਣਾ, ਸਾਡੀ ਬਾਡੀ ਆਇਓਡੀਨ ਤੋਂ ਬਗੈਰ ਥਾਇਰਾਇਡ ਹਾਰਮੋਨ ਬਣਾ ਹੀ ਨਹੀਂ ਸਕਦੀ। ਕਿਵੇਂ ਬਣਾਓਗੇ? ਪੱਤੀ ਤੋਂ ਬਗੈਰ ਚਾਹ ਬਣ ਸਕਦੀ ਹੈ? ਜਿੰਨਾ ਟਾਈਮ ਪਾਣੀ ਨੂੰ ਉਬਾਲੀ ਜਾਓ, ਤੁਸੀਂ ਉਬਾਲੀ ਜਾਓ, ਉਹਦੇ ਵਿੱਚ ਭਾਵੇਂ ਤੁਸੀਂ ਦੁੱਧ ਵੀ ਪਾ ਦਿਓ, ਚੀਨੀ ਵੀ ਪਾ ਦਿਓ, ਜਦੋਂ ਤੱਕ ਪੱਤੀ ਨਹੀਂ ਪਾਓਗੇ ਉਹ ਚਾਹ ਨਹੀਂ ਬਣੇਗੀ। ਜਦੋਂ ਤੱਕ ਆਇਓਡਾਈਨ ਤੁਹਾਡੇ ਥਾਇਰਾਇਡ ਗਲੈਂਡ ਨੂੰ ਨਹੀਂ ਮਿਲੇਗੀ, ਥਾਇਰਾਇਡ ਹਾਰਮੋਨ ਨਹੀਂ ਬਣੇਗਾ। ਸਾਈਨਸ ਪ੍ਰੋਬਲਮ ਦਾ ਇਲਾਜ ਦੱਸੋ। ਦੇਖੋ ਸਾਈਨਸ ਪ੍ਰੋਬਲਮ ਦੇ ਬਾਰੇ ਚ ਮੇਰੇ ਪਲੀਜ਼ ਤੁਸੀਂ ਫੇਸਬੁੱਕ ਤੇ, ਮੈਂ ਬਾਰ-ਬਾਰ ਇਹੀ ਕਹਿ ਰਿਹਾ, YouTube ਤੇ ਜਾ ਕੇ ਪੁਰਾਣੇ ਸ਼ੋਅ ਦੇਖੋ, ਉਹਦੇ ਚ ਮੈਂ ਡਿਸਕਸ ਕੀਤੀਆਂ ਹੋਈਆਂ ਨੇ ਸਾਰੀਆਂ ਚੀਜ਼ਾਂ। ਹਾਂਜੀ ਹਰਿੰਦਰ ਸਾਹਿਬ, ਤੁਸੀਂ ਹਰਿੰਦਰ ਸਾਹਿਬ ਜਾਂ ਸਾਹਿਬਾ, ਹੁਣ ਮੈਨੂੰ ਇਹ ਨਹੀਂ ਪਤਾ, ਉਹ ਆਪਣੀ ਮਮ ਦੇ ਬਾਰੇ ਚ, ਡਾਇਬਟੀਜ਼ ਦੇ ਬਾਰੇ ਚ ਉਹਨਾਂ ਕੁਐਸਚਨ ਕੀਤਾ ਹੈ। ਬਿਲਕੁਲ ਉਹ ਠੀਕ ਹੋ ਸਕਦੇ ਨੇ। ਉਹੀ ਗੱਲ ਹੋ ਰਹੀ ਹੈ ਕਿਉਂਕਿ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਹੁਣ ਦਵਾਈ ਤੇ ਪਾ ਦਿੱਤਾ ਹੋਏਗਾ, ਉਹਨਾਂ ਨੂੰ ਕੋਲੇਸਟ੍ਰੋਲ ਦੀ ਦਵਾਈ ਦੇ ਰਹੇ ਹੋਣਗੇ, ਉਹਨਾਂ ਦੀ ਬਾਡੀ 'ਚ ਇਨਫਲੇਮੇਸ਼ਨ ਬਹੁਤ ਜ਼ਿਆਦਾ ਹੋ ਗਈ ਹੈ, ਹੁਣ ਸਟੀਰਾਇਡ ਵੀ ਉਹਨਾਂ ਨੂੰ ਦਿੱਤੀ ਜਾ ਰਹੇ ਨੇ। ਇਹਨਾਂ ਚੀਜ਼ਾਂ ਨਾਲ ਹੀ ਤੇ ਡਾਇਬਟੀਜ਼ ਹੋ ਜਾਂਦੀ ਹੈ। ਤੁਸੀਂ ਬਿਹਤਰ ਇਹ ਹੈ, ਕਿਉਂਕਿ ਮੈਂ ਇੱਥੇ ਕੋਈ ਡਿਟੇਲ 'ਚ ਗੱਲ ਨਹੀਂ ਕਰ ਸਕਾਂਗਾ, ਜਾਂ ਤੇ ਪੂਰੀ ਇਨਫੋਰਮੇਸ਼ਨ ਈਮੇਲ ਕਰ ਦਿਓ ਸਾਨੂੰ, ਜਾਂ ਮੇਰੇ ਆਫਿਸ ਨਾਲ ਕੰਟੈਕਟ ਕਰੋ, ਮੈਂ ਤੁਹਾਡੀ ਮੰਮੀ ਨਾਲ ਖੁਦ ਗੱਲ ਕਰਾਂਗਾ ਤੇ ਫਿਰ ਦੱਸਾਂਗਾ। ਅੱਛਾ, ਇਹ ਇੱਕ ਚੀਜ਼ ਜ਼ਿਹਨ 'ਚ ਰੱਖੋ ਕਿ ਇਹ ਵੀ ਫਰਾਡ ਬਾਏ ਨਹੀਂ ਕਰਨਾ ਹੈ ਕਿ ਜੀ ਉਹ ਮੇਰੀ ਰੀਡਿੰਗ ਠੀਕ ਆ ਰਹੀ ਹੈ, ਮੇਰੀ HbA1c ਦਾ ਲੈਵਲ ਠੀਕ ਹੈ, ਲਿਹਾਜ਼ਾ ਮੈਂ ਤਾਂ ਹੁਣ ਬਿਲਕੁਲ ਠੀਕ ਹੈ। ਨਹੀਂ ਹੈ, ਆਪਣੀ ਬਾਡੀ ਨੂੰ ਜੱਜ ਕਰਨਾ ਹੈ, ਬਾਡੀ ਦੇ ਸਿੰਪਟਮਸ ਦੇਖਣੇ ਨੇ। ਅਗਰ ਬਸ ਫਰਜ਼ ਕਰੋ ਤੁਹਾਡੇ ਢਿੱਡ ਤੇ ਫੈਟ ਹੈ ਔਰ ਉਹ ਆਹਿਸਤਾ ਆਹਿਸਤਾ ਤੁਹਾਡੇ ਢਿੱਡ ਵਾਪਸ ਜਾਣਾ ਸ਼ੁਰੂ ਹੋ ਗਿਆ, ਉਹ ਫੈਟ ਖਤਮ ਹੋ ਰਿਹਾ ਤੁਹਾਡੀ, ਇਹਦਾ ਮਤਲਬ ਹੈ ਕਿ ਤੁਹਾਡੀ ਬਾਡੀ ਹੁਣ ਇਨਸੂਲਿਨ ਰੈਜ਼ਿਸਟੈਂਟ ਨਹੀਂ ਰਹੀ ਹੈ, ਉਹ ਹੁਣ ਫੈਟ ਨੂੰ ਐਜ਼ ਅ ਫਿਊਲ ਬਰਨ ਕਰਨਾ ਸ਼ੁਰੂ ਕਰ ਦਿੱਤਾ ਉਹਨੇ, ਔਰ ਇੱਕ ਗੁੱਡ ਸਾਈਨ ਹੁੰਦਾ ਹੈ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਦੇਖ ਕੇ ਪਤਾ ਲੱਗ ਸਕਦੀਆਂ। ਹਾਂਜੀ, ਵੀਟ ਦੇ ਬਦਲੇ ਕੀ ਖਾਣਾ ਚਾਹੀਦਾ? ਵੈਰੀ ਗੁੱਡ ਕੁਐਸਚਨ ਸੋਨੀਆ ਸਾਹਿਬਾ ਨੇ ਕੀਤਾ। ਹਾਂਜੀ, ਵੀਟ ਦੇ ਬਦਲੇ ਮਸਲਨ ਜਿਹੜੇ ਚਨੇ ਨੇ, ਚਨਿਆਂ ਦੇ ਆਟੇ ਦੀ ਰੋਟੀ ਬਹੁਤ ਵਧੀਆ ਬਣਦੀ ਹੈ, ਚਾਵਲਾਂ ਦੇ ਆਟੇ ਦੀ ਰੋਟੀ ਬਹੁਤ ਵਧੀਆ ਬਣਦੀ ਹੈ, ਜਵਾਰ ਦੇ ਆਟੇ ਦੀ ਰੋਟੀ ਬਹੁਤ ਵਧੀਆ ਬਣਦੀ ਹੈ, ਕੰਗਨੀ ਦੀ ਰੋਟੀ ਬੜੀ ਸੋਹਣੀ ਬਣਦੀ ਹੈ, ਕੁਦਰੀ ਦੀ ਰੋਟੀ ਬੜੀ ਸੋਹਣੀ ਬਣਦੀ ਹੈ। ਰੋਟੀ ਜਦੋਂ ਵੀ ਬਣਾਉਣੀ ਹੈ, ਇਹਦੇ ਬਾਰੇ ਚ ਅਸੀਂ ਇਸ ਦਫਾ ਵੀ ਟਰਾਈ ਕੀਤੀ ਸੀ, ਮੇਰੇ ਬੜੇ ਸੋਹਣੇ ਸੱਜਣ ਨੇ ਦਿਦਾਰ ਸਿੰਘ ਹੋਰੀ, ਉਹਨਾਂ ਨੂੰ ਅਗਲੇ ਪ੍ਰੋਗਰਾਮ 'ਚ ਜ਼ਰੂਰ ਲੈ ਕੇ ਆਵਾਂਗੇ, ਉਹ ਗਾਈਡ ਕਰਨਗੇ ਕਿਉਂਕਿ ਉਹ ਬੜੇ ਐਕਸਪੈਰੀਮੈਂਟ ਕਰਦੇ ਨੇ ਇਹਨਾਂ ਚੀਜ਼ਾਂ ਤੇ ਉਹ ਦੱਸਣਗੇ ਕਿ ਜਿਹੜੇ ਕਣਕ ਦੇ ਆਲਟਰਨੇਟ ਦੇ ਤੌਰ ਤੇ ਜਿਹੜੀਆਂ ਮੈਂ ਗ੍ਰੇਨਸ ਦੱਸੀਆਂ ਨੇ, ਇਹਨਾਂ ਦੀ ਰੋਟੀ ਕਿਵੇਂ ਅੱਛੀ ਬਣ ਸਕਦੀ ਹੈ। ਠੀਕ ਹੈ, ਅਸੀਂ ਉਹ ਤੁਹਾਨੂੰ ਦੱਸਾਂਗੇ। ਲੇਕਿਨ ਜਦੋਂ ਵੀ ਰੋਟੀ ਖਾਣੀ ਹੈ, ਭਾਵੇਂ ਮਾਰਨਿੰਗ ਵਿੱਚ ਬ੍ਰੇਕਫਾਸਟ ਕਰੋ, ਦੁਪਹਿਰ ਨੂੰ, ਸ਼ਾਮ ਨੂੰ, ਸੁੱਕੀ ਰੋਟੀ ਨੂੰ ਅਗਰ ਅਫੋਰਡ ਕਰ ਸਕਦੇ ਹੋ ਤੇ ਆਪਣੀ ਲਾਈਫ ਚੋਂ ਕੱਢ ਦਿਓ। ਜਦੋਂ ਵੀ ਖਾਓ ਦੇਸੀ ਘਿਓ ਦਾ ਪਰੌਠਾ ਖਾਓ, ਔਰ ਇਹੋ ਜਿਹਾ ਪਰੌਠਾ ਖਾਓ ਕਿ ਇੰਜ ਰੋਟੀ ਚੁੱਕੋ ਤੇ ਉਹਦੇ ਥੱਲੇ ਟਪਕ ਰਿਹਾ ਹੋਵੇ ਘਿਓ। ਠੀਕ ਹੈ, ਤੁਸੀਂ ਦੇਖੋਗੇ, ਤੁਸੀਂ ਹੈਰਾਨ ਹੋ ਜਾਓਗੇ, ਤੁਹਾਡਾ weight ਵੀ ਲੂਜ਼ ਹੋਏਗਾ, ਸਟਰੋਂਗ ਹੋਵੋਗੇ। ਤੇ ਵੀਟ ਦੇ ਬਦਲੇ ਜਿਵੇਂ ਮੈਂ ਤੁਹਾਨੂੰ ਗ੍ਰੇਨਸ ਦੱਸੇ ਨੇ, ਇਹਨਾਂ ਦੀ ਤੁਸੀਂ ਲੈ ਸਕਦੇ ਹੋ। ਪੂਰਾ ਡਾਈਟ ਚਾਰਟ ਕਾਮਰਾਨ ਅਜ਼ੀਜ਼ ਸਾਹਿਬ, ਮੈਂ ਡਾਈਟ ਚਾਰਟ, ਹਾਂ ਠੀਕ ਹੈ, ਸਾਡੇ ਕੋਲ ਡਾਈਟ ਚਾर्ट ਬਣਿਆ ਹੋਇਆ है। मेरे ऑफिस वाले सुन रहे हैं, हसन, जिशान, आप दोनों में से कोई भी जो हमारा
ये जो हमने चार्ट बनाया हुआ है अपना फूड का, उसको यार ये फेसबुक पे ना पोस्ट कर दो, ठीक है, ताकि सब लोग उसको नोट कर लें और फॉलो करें उसको। जरूर कर देंगे कामरान साहब। हाउ मच विटामिन डी, देखो तुसी सुरजीत साहबा, तुसी मेरे पुराने प्लीज शो देखो, ठीक है। 5000 तो 10,000 विटामिन है वो सानू रोज लेना चाहिए, लेकिन ਉਹਦੇ ਨਾਲ ਵਿਟਾਮਿਨ ਕੇ ਜਿਹੜਾ ਹੈ ਉਹ ਜ਼ਰੂਰ ਹੋਣਾ ਚਾਹੀਦਾ ਹੈ। ਮੇਰੀ ਆਈਜ਼ ਦੇ ਵਿੱਚ ਬਹੁਤ ਖਾਰਿਸ਼ ਹੁੰਦੀ ਹੈ, ਇਹ ਰਵਿੰਦਰ ਸਿੰਘ ਸਾਹਿਬ ਪੁੱਛ ਰਹੇ ਨੇ। ਦੇਖੋ ਇਹ ਮੋਸਟਲੀ ਜਿਹੜਾ ਹੈ ਇਹਦੀ ਐਲਰਜੀਜ਼ ਨਾਲ ਹੋ ਰਿਹਾ ਹੁੰਦਾ ਹੈ, ਔਰ ਇਹ ਲੋਕ ਜਿਨ੍ਹਾਂ ਨੂੰ ਇਚਿੰਗ ਅੱਖਾਂ ਦੇ ਵਿੱਚ ਨੱਕ ਦੇ ਵਿੱਚ ਹੋ ਰਹੀ ਹੈ, ਇਹ ਕਨੈਕਟ ਇਹ ਦੱਸ ਰਿਹਾ ਹੁੰਦਾ ਸਾਨੂੰ ਕਿ ਇਹਨਾਂ ਦੀ ਜਿਹੜੀ ਇੰਟੈਸਟਾਈਨ ਹੈ, ਇਹਨਾਂ ਦੀ ਜਿਹੜੀ ਗੱਟ ਹੈ ਉਹਦੇ ਵਿੱਚ ਸੋਜ ਕੋਈ ਇਨਫਲੇਮ ਹੈ ਔਰ ਉਹ ਮੁxtਲਿਫ ਫੂਡ ਤੇ ਰਿਐਕਸ਼ਨ ਦੇ ਰਹੀ ਹੈ। ਇਹੋ ਜਿਹੇ ਲੋਕਾਂ ਨੂੰ ਰਵਿੰਦਰ ਸਾਹਿਬ ਤੁਸੀਂ ਉਸ ਕੈਟਾਗਰੀ ਚ ਆਉਂਦੇ ਹੋ ਜਿਨ੍ਹਾਂ ਦਾ ਸਟਮਕ, ਜਿਨ੍ਹਾਂ ਦਾ ਹਾਜ਼ਮਾ ਵੀਕ ਹੁੰਦਾ ਹੈ, ਔਰ ਇਹੋ ਜਿਹੇ ਲੋਕਾਂ ਦਾ ਫਿਰ ਮੈਂ ਜਿਹੜਾ ਕੰਮ ਕਰਦਾ, ਮੈਂ ਇਹਨਾਂ ਦੀ ਡਾਈਜੈਸਟਿਵ ਸਿਸਟਮ ਤੇ ਕੰਮ ਕਰਦਾ ਹੁੰਦਾ, ਐਲਰਜੀਜ਼ ਚਲੀਆਂ ਜਾਂਦੀਆਂ ਨੇ। ਹਾਂਜੀ ਕੁਲਦੀਪ ਸਾਹਿਬ, ਹਾਂਜੀ ਅੱਛਾ ਮੈਂ ਇਹ ਵੀ ਦੱਸਾਂ, ਪਤਾ ਨਹੀਂ ਹੁਣ ਇਹਨਾਂ ਨੇ ਮੈਨੂੰ ਕੁਝ ਈਮੇਲ ਵੀ ਆਈਆਂ ਨੇ, ਉਹ ਵੀ ਕੁਲਦੀਪ ਸਾਹਿਬ ਹੀ ਸਨ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਤੁਹਾਡੀ ਵੀਡੀਓਜ਼ ਨੂੰ ਲਾਈਕ ਕਰਦਾ, ਕਮੈਂਟ ਕਰਦਾ ਔਰ ਉਹ ਡਿਲੀਟ ਹੋ ਜਾਂਦੀ ਹੈ। ਤੇ ਬਹਿਰਲ ਅਗਰ ਤੁਸੀਂ ਉਹੀ ਹੋ ਤਾਂ ਥੈਂਕ ਯੂ ਵੈਰੀ ਮਚ, ਮੈਨੂੰ ਈਮੇਲ ਮਿਲ ਗਈ ਹੈ ਤੁਹਾਡੀ। ਤੇ ਉਹ ਕਹਿ ਰਹੇ ਨੇ ਕਿ ਵਾਟ ਡੂ ਯੂ ਥਿੰਕ ਐਵਰੀਥਿੰਗ ਵਿਲ ਓਪਨ ਅਗੇਨ, ਹਾਂ ਕਦੋਂ ਤੁਸੀਂ ਫਲਾਈਟਸ ਖੁੱਲਣਗੀਆਂ ਔਰ ਸਾਰਾ ਕੁਝ। ਇਹ ਡਰਾਮਾ ਖਤਮ ਹੋ ਗਿਆ ਵਾਇਰਸ ਦਾ, ਠੀਕ ਹੈ। ਇਹ ਇਹਨਾਂ ਦਾ ਫਰਾਡ ਜਿਹੜਾ ਹੈ, ਜਿਵੇਂ ਮੈਂ ਪਿਛਲੇ 2 ਵੀਕਾਂ ਤੋਂ ਕਹਿ ਰਿਹਾ, ਉਹਦਾ ਗੁਬਾਰੇ ਚੋਂ ਹਵਾ ਨਿਕਲ ਗਈ, ਠੀਕ ਹੈ। ਅਸੀਂ ਖੜੇ ਹੋ ਗਏ, ਅਸੀਂ ਕਿਹਾ ਨੋ ਮੋਰ, ਇਨਫ ਇਜ਼ ਇਨਫ, ਠੀਕ ਹੈ। ਲੇਕਿਨ ਇੱਥੇ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਜਾਣਾ, ਪਲੀਜ਼ ਇਹ ਲਾਕਡਾਊਨ ਖਤਮ ਕਰ ਦੇਣਗੇ, ਠੀਕ ਹੈ। ਲੇਕਿਨ ਅਗਰ ਅੱਜ ਅਸੀਂ ਇਹ ਜਦੋਂ ਲਾਕਡਾਊਨ ਖਤਮ ਕਰਕੇ ਤੇ ਨਾਰਮਲ ਲਾਈਫ ਵੱਲ ਸਾਨੂੰ ਇਹ ਟੋਰ ਦੇਣਗੇ, ਭੇਡਾਂ ਦੀ ਤਰ੍ਹਾਂ ਸਾਨੂੰ ਕਹਿਣਗੇ ਚਲੋ ਜੀ ਹੁਣ ਤੁਸੀਂ ਆਪਣਾ ਤੁਹਾਨੂੰ ਆਜ਼ਾਦ ਕਰ ਦਿੱਤਾ ਅਸੀਂ, ਪਰ ਅਸੀਂ ਚੁੱਪ ਕਰਕੇ ਆਪਣੇ ਕੰਮ ਵਿੱਚ ਚਲੇ ਗਏ, ਤੇ ਯਾਦ ਰੱਖਣਾ ਇਸ ਤੋਂ ਵੱਡੇ ਵਾਇਰਸ ਬਿਲਕੁਲ ਰੈਡੀ ਪਏ ਨੇ, ਠੀਕ ਹੈ। ਅਕਤੂਬਰ ਤੱਕ ਆ ਜਾਣਗੇ ਮੈਦਾਨ ਵਿੱਚ, ਨਵੰਬਰ ਦਸੰਬਰ ਤੋਂ ਫਿਰ ਇਸ ਤੋਂ ਵੱਡੇ ਡਰਾਮੇ ਸ਼ੁਰੂ ਹੋਣਗੇ। ਲੇਕਿਨ ਅਗਰ ਅੱਜ ਅਸੀਂ ਆਪਣੇ ਐਮਪੀਜ਼ ਨੂੰ ਕਹਿ ਕੇ, ਆਪਣੀ ਗਵਰਨਮੈਂਟਾਂ ਨੂੰ ਕਹਿ